ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰੂ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੂਰਨ ਪੇ ਨਵ ਮਾਸ ਜਬ ਉਪਜਿਓ ਸੁਤ ਬੜ ਭਾਗ। ਸੁੰਦਰ ਬਦਨ ਸੁਹਾਏ ਬਿਖ ਨਰ ਨਾਰੀ ਅਨੁਰਾਗ। ਪੂਰਨ ਪੇ ਨਵ ਮਾਸ ਜਬ ਉਪਜਿਓ ਸੁਤ ਬੜ ਭਾਗ। ਸੁੰਦਰ ਬਦਨ ਸੁਹਾਏ ਬਿਖ ਨਰ ਨਾਰੀ ਅਨੁਰਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਪਤਿਤ ਪਾਵਨ ਭਗਤ ਵਛਲ ਦੀਨਾ ਬੰਧੂ ਕਰੁਣਾ ਨਿਦਾਨ। ਵਾਲੀਏ ਕੁਲ ਆਲਮ ਚਬਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਸਤਿਗੁਰਾਂ ਦੀ ਪਾਕ ਪਵਿੱਤਰ ਮੁਕੱਦਸ ਗੋਦ ਦੇ ਅੰਦਰ ਸਤਿਗੁਰਾਂ ਦੇ ਦਰੋਂ ਕਰੋਂ ਵਰਸਾਏ ਮਹਾਂਪੁਰਖ ਮਹਾਨ ਤਪਸਵੀ ਸੰਤ ਬਾਬਾ ਮੱਘਰ ਸਿੰਘ ਜੀ ਦੇ ਪਾਵਨ ਤਪ ਸਥਾਨਾਂ 'ਤੇ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜ ਰਹੇ ਨੇ। ਜਿਨ੍ਹਾਂ ਦੀਵਾਨਾਂ ਦੇ ਅੰਦਰ ਆਪਾਂ ਰਲ ਮਿਲ ਕਰਕੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹਾਂ। ਜੋ ਕਥਾ ਮੇਰੀ ਪੀਰੀ ਦੇ ਮਾਲਕ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪਵਿੱਤਰ ਜੀਵਨ ਦੀ ਚੱਲ ਰਹੀ ਹੈ। ਕੱਲ੍ਹ ਜਿਵੇਂ ਆਪਾਂ ਪ੍ਰਸੰਗ ਸਰਵਣ ਕੀਤਾ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਕੀ ਡਰੌਲੀ ਵਿਖੇ ਪਹੁੰਚੇ ਨੇ। ਇੱਥੇ ਵਿਸਾਖੀ ਦਾ ਬੜਾ ਭਾਰੀ ਮਹਾਰਾਜ ਜੀ ਨੇ ਜੋੜ ਮੇਲਾ ਮਨਾਇਆ ਹੈ। ਨਾਲ ਹੀ ਇੱਕ ਜੋ ਵਾਕਿਆ ਹੈ ਭਾਈ ਰੂਪਾ ਜੀ ਦਾ, ਜੋ ਬਾਬਾ ਆਕਲ ਜੀ ਦੀ ਸੁਪੁੱਤਰੀ ਬੀਬੀ ਸੂਰਤੀ ਜੀ, ਜਿਨ੍ਹਾਂ ਦਾ ਵਿਆਹ
ਤੁਕਲਾਣੀ ਪਿੰਡ ਦੇ ਵਿੱਚ ਬਾਬਾ ਸਾਦਾ ਜੀ ਦੇ ਸਪੁੱਤਰ ਬਾਬਾ ਸਾਧੂ ਜੀ, ਜਿਨ੍ਹਾਂ ਦਾ ਕਈ ਥਾਵੇਂ ਨਾਮ ਸਿੱਧੂ ਜੀ ਵੀ ਲਿਖਿਆ ਹੋਇਆ ਹੈ, ਕਿਤੇ ਸੱਧੂ ਜੀ ਵੀ ਆਉਂਦਾ ਹੈ, ਪਰ ਆਮ ਪ੍ਰਚਲਿਤ ਬਾਬਾ ਸਾਧੂ ਜੀ ਆਉਂਦਾ ਹੈ, ਉਹਨਾਂ ਦੇ ਨਾਲ ਹੋਇਆ ਹੈ। ਉਹ ਅੱਗੋਂ ਪਰਿਵਾਰ ਜਿਹੜਾ ਹੈ ਉਹ ਸਾਰਾ ਹੀ ਗੁਰਮਤ ਤੋਂ ਉਲਟ ਸੀ। ਉਹ ਸਖੀ ਸਰਵਰੀਆਂ ਦਾ ਉਹਨਾਂ ਦੀ ਮੰਨਤਾ ਪੂਜਾ ਕਰਦਾ, ਅਤੇ ਵਿਆਹ ਉਸ ਸਮੇਂ ਹੋ ਗਿਆ। ਹੁਣ ਪੰਡਤਾਂ ਨੂੰ ਉਸ ਸਮੇਂ ਭੇਜਿਆ ਜਾਂਦਾ ਹੁੰਦਾ ਸੀ ਕਿ ਤੁਸੀਂ ਸਾਡੇ ਵਰਗਾ ਕੋਈ ਖਾਨਦਾਨ ਵੇਖ ਕੇ ਚੰਗਾ ਯੋਗ ਰਿਸ਼ਤਾ ਕਰ ਦੇਣਾ। ਅਤੇ ਉਹ ਯੋਗ ਰਿਸ਼ਤਾ ਤਾਂ ਹੋ ਗਿਆ, ਪਰ ਅੱਗੇ ਇਹ ਨਾ ਦੇਖਿਆ ਕਿ ਉਹ ਗੁਰਸਿੱਖੀ ਨਾਲ ਵੀ ਕੋਈ ਸੰਬੰਧਿਤ ਹਨ ਜਾਂ ਨਹੀਂ। ਸੋ ਆਨੰਦ ਕਾਰਜ ਹੋ ਗਏ, ਅਤੇ ਬੀਬੀ ਨੂੰ ਜਦੋਂ ਪਤਾ ਲੱਗਾ ਹੈ, ਮਨ ਵਿੱਚ ਬੜਾ ਵੈਰਾਗ ਵੀ ਕੀਤਾ ਕਿ ਸਾਰੀ ਉਮਰ ਤਾਂ ਗੁਰਸਿੱਖੀ ਦੇ ਗੁਰਮਤਿ ਦੀਆਂ ਇੱਥੇ ਪੜ੍ਹਾਈਆਂ ਪੜ੍ਹੀਆਂ ਨੇ, ਅਤੇ ਹੁਣ ਉਹਨਾਂ ਘਰ ਜਾ ਕੇ, ਸਹੁਰੇ ਘਰ ਜਾ ਕੇ ਉਹਨਾਂ ਦੀ ਮੰਨਣੀ ਪੈਣੀ। ਜਿਵੇਂ ਉਹ ਰੋਟ ਜੇ ਪਕਾਉਂਦੇ ਹੁੰਦੇ ਹੈ, ਇੱਦਾਂ ਫਿਰ ਸਾਰੀ ਗੁਰਮਤਿ ਉਲਟ ਜਾਵੇਗੀ। ਮਾਣੀ ਮਾਣ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਸੋ ਜਦੋਂ ਡੋਲੀ ਚੱਲੀ ਹੈ ਅੰਮ੍ਰਿਤ ਵੇਲੇ ਦੇ ਨਾਲ, ਅਤੇ ਉੱਥੋਂ ਰਸਤੇ 'ਚ ਹੀ ਡੋਲੀ ਪਿੰਡ ਤੋਂ ਥੋੜ੍ਹਾ ਦੂਰ ਮਹਾਰਾਜ ਜੀ ਨੇ ਬਾਹਰ-ਵਾਰ ਦੀਵਾਨ ਲਾਇਆ ਹੈ, ਅਤੇ ਦੀਵਾਨ ਦੇ ਆਸਾ ਦੀ ਵਾਰ ਦੇ ਕੀਰਤਨ ਹੋ ਰਹੇ ਸਨ। ਅਤੇ ਬੀਬੀ ਨੇ ਜਦੋਂ ਆਵਾਜ਼ ਸੁਣੀ ਅਤੇ ਜਾਣਿਆ ਕਿ ਮਹਾਰਾਜ ਜੀ ਆਏ ਹੋਏ, ਤਾਂ ਲੱਗਦਾ ਇੱਥੇ ਨੇੜੇ ਦੀਵਾਨ ਲੱਗਾ ਹੋਇਆ, ਕਿਉਂ ਨਾ ਜਾਂਦੀ ਵਾਰ ਇੱਕ ਵਾਰ ਦਰਸ਼ਨ ਕਰ ਚਲੀਏ। ਮੁੜ ਕੇ ਪਤਾ ਨਹੀਂ ਸਹੁਰੇ ਪਰਿਵਾਰ ਵਾਲੇ ਇੱਧਰ ਗੁਰੂ ਕੇ ਚਰਨੀ ਆਉਣ ਦੇਣ ਕਿ ਨਾ। ਸੋ ਇਹ ਭਾਵਨਾ ਧਾਰ ਕੇ ਜਦੋਂ ਆਏ ਹੈ, ਮਹਾਰਾਜ ਜੀ ਸਿੰਘਾਸਨ 'ਤੇ ਬੈਠੇ ਹੋਏ ਹੈ, ਬੀਬੀ ਨੇ ਮੱਥਾ ਟੇਕਿਆ, ਬੈਠ ਗਏ ਹੈ, ਕੀਰਤਨ ਸੁਣਿਆ, ਆਸਾ ਦੀ ਵਾਰ ਦੇ ਭੋਗ ਪਏ। ਮਹਾਰਾਜ ਜੀ ਨੇ ਨੇਤਰ ਖੋਲ੍ਹੇ, ਸਾਹਮਣੇ ਇਸ ਪੁੱਤਰੀ ਦੇਖ ਕਰਕੇ ਭਾਈ ਆਕਲ ਜੀ ਦੀ ਪੁੱਛਿਆ ਕਿ ਬੀਬੀ ਆ ਵਿਆਹ ਵਾਲਾ ਲਿਬਾਸ ਪਹਿਨਿਆ ਹੋਇਆ ਹੈ, ਅਤੇ ਨਹੀਂ ਤੜਕੇ ਕਿੱਥੋਂ ਆ ਰਹੀ, ਕਿੱਥੇ ਚੱਲੀ? ਬੀਬੀ ਨੇ ਦੱਸਿਆ ਕਿ ਮਹਾਰਾਜ ਮੇਰੀ ਸ਼ਾਦੀ ਹੋ ਗਈ ਹੈ, ਅਤੇ ਵਿਆਹੀ ਮੈਂ ਉਹ ਸਖੀ ਸਰਵਰੀਆਂ ਦੇ ਜਿਹੜੇ ਪੂਜਕ ਹੈ ਉਹਨਾਂ ਦੇ ਘਰ ਗਈ ਹਾਂ, ਅਤੇ ਆਪ ਕਿਰਪਾ ਕਰੋ ਮੇਰੀ ਗੁਰਮਤ ਨਿਭ ਜਾਵੇ। ਸਤਿਗੁਰੂ ਜੀ ਕਹਿਣ ਲੱਗੇ, ਪੁੱਤਰੀ ਤੇਰੇ ਕਰਮਾਂ ਵਿੱਚ ਕੁਝ ਐਸਾ ਲਿਖਿਆ ਹੋਇਆ ਸੀ, ਪਰ ਹਾਂ ਹੁਣ ਤੂੰ ਸਾਡੀ ਸ਼ਰਨ ਵਿੱਚ ਆ ਗਈ ਹੈ, ਇਸ ਕਰਕੇ ਸ਼ਰਨ ਆਏ ਦੀ ਲਾਜ ਰੱਖਣੀ ਵੀ ਸਾਡਾ ਬਿਰਧ ਹੈ, ਅਤੇ ਤੇਰੇ ਕਰਮ ਹੀ ਨਵੇਂ ਲਿਖ ਦਿੰਦੇ ਹੈ। ਸੋ ਇੱਦਾਂ ਤੇਰੇ ਘਰ ਦੇ ਵਿੱਚ ਸਿੱਖੀ ਬੜੀ ਪ੍ਰਪੱਕ ਰਹੇਗੀ। ਇੰਨੇ ਚਿਰ ਨੂੰ ਇਹਨਾਂ ਦਾ ਜਿਹੜਾ ਪਤੀ ਸੀ ਬਾਬਾ ਸਾਧੂ, ਉਹ ਵੀ ਮਗਰੇ ਆ ਗਿਆ। ਉਹਨੇ ਮਹਾਰਾਜ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਸਾਰ ਚਰਨ ਹੀ ਢਹਿ ਪਿਆ, ਅਤੇ ਮਹਾਰਾਜ ਜੀ ਨੇ ਫਿਰ ਉਹਨੂੰ ਸਮਝਾਇਆ ਕਿ ਕੀ ਤੁਸੀਂ ਮਰਿਆਂ ਹੋਇਆਂ ਦੀਆਂ ਮੜੀਆਂ ਪੂਜਦੇ ਫਿਰਦੇ ਹੋ? ਤੁਸੀਂ ਸਿੱਖ ਬਣੋ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਭੌਰੇ ਬਣੋ। ਇੱਦਾਂ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ। ਉਹਨੇ ਫਿਰ ਸਿੱਖੀ ਧਾਰਨ ਕੀਤੀ, ਚਰਨ ਪੌਲ ਪ੍ਰਾਪਤ ਕੀਤੀ। ਗੁਰੂ ਸਾਹਿਬ ਜੀ ਨੇ ਸਤਿਨਾਮ ਵਾਹਿਗੁਰੂ ਮੰਤਰ ਦ੍ਰਿੜ ਕਰਵਾਇਆ। ਇੱਦਾਂ ਗੁਰਸਿੱਖੀ ਦੀਆਂ ਲੋਰੀਆਂ ਦੇਖ ਕਰਕੇ ਉਹਨਾਂ ਨੂੰ ਤੋਰ ਦਿੱਤਾ। ਘਰ ਵਿੱਚ ਆਏ ਹੈ, ਅਤੇ ਆ ਕਰਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਆ ਜੋ ਮੜੀ ਜੀ ਬਣੀ ਇੱਥੇ ਮੱਥਾ ਟੇਕੋ। ਉਹ ਕਹਿੰਦੇ ਹੁਣ ਤਾਂ ਨਹੀਂ ਇੱਥੇ ਸੀਸ ਝੁਕਦਾ, ਇਹ ਸੀਸ ਤਾਂ ਹੁਣ ਸਭ ਤੋਂ ਵੱਡਾ ਜਿਹੜਾ ਰਹਿਬਰ ਹੈ ਗੁਰੂ ਨਾਨਕ, ਉਹਦੇ ਚਰਨਾਂ 'ਚ ਝੁਕ ਚੁੱਕਾ ਹੈ, ਹੁਣ ਇਹ ਹੋਰ ਕਿਸੇ ਦੇ ਅੱਗੇ ਨਹੀਂ ਝੁਕ ਸਕਦਾ। ਇੱਦਾਂ ਉਹ ਰਾਤ ਨੂੰ ਜਦੋਂ ਸੁੱਤੇ ਹੈ, ਅਤੇ ਭਾਈ ਸਾਧੂ ਨੇ ਉੱਠ ਕਰਕੇ ਨਾਲ ਆਪਣੀ ਪਤਨੀ ਨੂੰ ਲਾ ਕੇ ਉਹ ਸਾਰੀ ਮੱਟੀ ਜੀ ਢਾਹ ਦਿੱਤੀ। ਇਸ ਪ੍ਰਕਾਰ ਕਹਿੰਦੇ ਉੱਥੇ ਹੋਇਆ ਕਾਰਜ। ਜਦੋਂ ਆਪਾਂ ਸੰਗਤ ਜੀ ਇਤਿਹਾਸ ਦੀ ਗੋਝ ਵਿੱਚ ਜਾਂਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਇਹ ਜਿਹੜੀ ਸਾਖੀ ਸੀ, ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲਾਂ ਇੱਥੇ ਆਏ ਡਰੌਲੀ ਪਿੰਡ ਵਿੱਚ। ਆਪਾਂ ਜਦੋਂ ਪਿੱਛੇ ਸਾਖੀ ਸੁਣੀ ਸੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਚੱਲ ਕੇ ਅਤੇ ਯੂਪੀ ਵਿੱਚ ਗਏ ਹੈ, ਬਾਬਾ ਅਲਮਸਤ ਜੀ ਦੀ ਰੱਖਿਆ ਕੀਤੀ। ਫਿਰ ਇੱਥੇ ਆ ਕੇ ਜਦੋਂ ਸਾਈਂ ਦਾਸ ਜੀ ਨੇ ਉਦੋਂ ਨਵਾਂ ਘਰ ਬਣਾਇਆ ਸੀ, ਅਤੇ ਉੱਥੇ ਮਹਾਰਾਜ ਜੀ ਨੇ ਚਰਨ ਪਾਏ ਸੀ। ਉਹ ਇਤਿਹਾਸ ਪੜ੍ਹ ਕੇ, ਫਿਰ ਹੋਰ ਗ੍ਰੰਥ ਪੜ੍ਹ ਕੇ ਸਾਨੂੰ ਪਤਾ ਚੱਲਦਾ ਕਿ ਉਸ ਸਮੇਂ ਦਾ ਵਾਕਿਆ ਸੀ। ਪਰ ਉਹ ਸਾਰੀ ਹੁਣ ਕਹਾਣੀ ਇੱਥੇ ਜੁੜਦੀ ਸੀ, ਅਤੇ ਫਿਰ ਕਵੀ ਜੀ ਨੇ ਇੱਦਾਂ ਉਹ ਲਿਆ ਕੇ ਜੋੜ ਦਿੱਤਾ। ਪਰ ਅੱਗੇ ਇਹਨਾਂ ਨੇ ਨਾਲ ਹੀ ਸਪਸ਼ਟ ਕਰ ਦੇਣਾ ਕਿ ਉਹ ਸਾਖੀ ਪਿੱਛੇ ਵਾਕਿਆ ਹੋ ਚੁੱਕਾ ਸੀ। ਅਤੇ ਹੁਣ ਜਦੋਂ ਦੂਜੀ ਵਾਰ ਗੁਰੂ ਸਾਹਿਬ ਜੀ ਡਰੌਲੀ ਭਾਈਕੀ ਵਿਖੇ ਆਏ ਹੈ, ਤਾਂ ਇੱਥੇ ਜਿਵੇਂ ਹੁਣ ਉਹਨਾਂ ਦੀ ਸਾਖੀ ਜੁੜ ਰਹੀ ਸੀ, ਤਾਂ ਕਰਕੇ ਥੋੜ੍ਹਾ ਜਿਹਾ ਪ੍ਰਸੰਗ ਉਹਨਾਂ ਨੇ ਇੱਥੇ ਹੀ ਲਾ ਦਿੱਤਾ ਹੈ। ਸੋ ਉਵੇਂ ਸੰਗਤ ਜੀ ਜਿਵੇਂ ਲਿਖਿਆ ਮਿਲਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 1671 ਦੇ ਵਿੱਚ ਇੱਧਰ ਆਏ ਸੀ।
1670 ਦੇ ਲਾਗੇ ਚਾਗੇ ਬਿਕਰਮੀ ਸੰਮਤ ਵਿੱਚ ਇੱਥੇ ਸਤਿਗੁਰਾਂ ਨੇ ਆ ਕੇ ਚਰਨ ਪਾਏ ਸਨ। ਡਰੌਲੀ ਪਿੰਡ ਦੇ ਵਿੱਚ ਇੱਥੇ ਰਹੇ ਮਹਾਰਾਜ ਉਸ ਸਮੇਂ। ਇੱਥੇ ਹੀ ਇਹ ਸਾਰਾ ਵਾਕਿਆ ਹੋਇਆ ਸੀ। ਉਦੋਂ ਬਾਅਦ ਮਹਾਰਾਜ ਜੀ ਨੇ ਇਹਨਾਂ ਨੂੰ ਇਹ ਸਾਰੇ ਵਰ ਦਿੱਤੇ ਸੀ। ਆਪ ਅੰਮ੍ਰਿਤਸਰ ਸਾਹਿਬ ਚਲੇ ਗਏ। ਸਮਾਂ ਪਾ ਕਰਕੇ ਫਿਰ ਇਹਨਾਂ ਘਰ ਸਪੁੱਤਰ ਹੋਇਆ। ਉਹ ਹੁਣ ਅੱਗੇ ਸੰਗਤ ਜੀ ਪ੍ਰਸੰਗ ਚੱਲਣਾ ਹੈ। ਆਓ ਜਿਵੇਂ ਹੁਣ ਅੱਜ ਦਾ ਪ੍ਰਸੰਗ ਆ ਰਿਹਾ ਹੈ, ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਇਹ ਜੀਵਨ ਦੀ ਮਹਾਨ ਜੋ ਸਾਖੀ ਹੈ, ਜੋ ਸਾਨੂੰ ਗੁਰਮਤਿ ਦੇ ਵਿੱਚ ਪ੍ਰਪੱਕ ਕਰ ਰਹੀ ਹੈ। ਕੈਸੇ ਨੇ ਉਹ ਗੁਰਸਿੱਖ ਜਿਨ੍ਹਾਂ ਨੇ ਗੁਰਮਤਿ ਸੰਗਤ ਦੀ ਧਾਰਨ ਕੀਤੀ, ਭਾਈ ਰੂਪਾ ਜੀ, ਭਾਈ ਸਾਧੂ ਜੀ, ਅਤੇ ਕਿਵੇਂ ਫਿਰ ਗੁਰੂ ਦੇ ਨਾਲ ਉਹਨਾਂ ਪ੍ਰੇਮ ਵੀ ਕੀਤਾ ਹੈ। ਉਹ ਪ੍ਰੇਮ ਦੀ ਬਾਬਤ ਵੀ ਅੱਜ ਉਹ ਬਚਨ ਆ ਰਹੇ ਨੇ। ਸੋ ਸ਼ਰਧਾ ਭਾਵਨਾ ਧਾਰ ਕੇ ਸਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੂਰਨ ਭੇ ਨਵ ਮਾਸ ਜਪ। ਇਸ ਪ੍ਰਕਾਰ ਕਹਿੰਦੇ ਜਦੋਂ ਗ੍ਰਹਿ ਵਿਖੇ ਗਏ, ਸਮਾਂ ਪਾ ਕਰਕੇ ਬੀਬੀ ਸੂਰਤੀ ਜੀ ਨੇ ਗਰਭ ਧਾਰਨ ਕੀਤਾ। ਇਸ ਤਰ੍ਹਾਂ ਜਦੋਂ 9 ਕੁ ਮਹੀਨੇ ਲੰਘ ਗਏ, ਉਪਜਿਓ ਸੁਤ ਬੜ ਭਾਗ। ਇਹਨਾਂ ਦੇ ਘਰ ਦੇ ਵਿੱਚ ਬੜੇ ਵੱਡੇ ਭਾਗਾਂ ਵਾਲਾ ਇੱਕ ਪੁੱਤਰ ਪੈਦਾ ਹੋਇਆ, ਸੁੰਦਰ ਬਦਨ ਸੁਹਾਏ ਬਿਖ। ਜਿਨ੍ਹਾਂ ਦਾ ਬਹੁਤ ਸੋਹਣਾ ਚਿਹਰਾ ਦੇਖ ਕਰਕੇ ਨਰ ਨਾਰੀ ਅਨੁਰਾਗ। ਪਿੰਡ ਦੇ ਸਾਰੇ ਜਿੰਨੇ ਵੀ ਪੁਰਖ ਜਾਂ ਇਸਤਰੀਆਂ ਨੇ ਬਹੁਤ ਪ੍ਰੇਮ ਕਰਦੇ ਹਨ। ਪਇਓ ਬਰਖ ਦਿਨ ਕੋ ਜਬ ਬਾਲਕ। ਕਵੀ ਜੀ ਕਹਿੰਦੇ ਜਦੋਂ ਸਾਲਕ ਦਾ ਬੱਚਾ ਹੋ ਗਿਆ, ਟੇਕ ਪਹੁੰਚੀ ਤਤ ਕਾਲਕ। ਤਦੋਂ ਇਹ ਬਾਬਾ ਸਾਧੂ ਜੀ ਦੇ ਇਹਨਾਂ ਦੀ ਘਰੋਂ ਪਤਨੀ ਭਾਈ ਆਕਲ ਜੀ ਦੀ ਸਪੁੱਤਰੀ ਬੀਬੀ ਸੂਰਤੀ ਜੀ ਇਹ ਆਪਣੇ ਬੱਚੇ ਨੂੰ ਲੈ ਕੇ ਮਹਾਰਾਜ ਜੀ ਦੇ ਪਾਸ ਪਹੁੰਚੇ। ਹਰਿ ਗੋਬਿੰਦ ਹੁਤੇ ਸੁਦਾਸਰ। ਹਾਂ, ਦੱਸ ਰਹੇ ਹੈ ਕਿ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਰਹਿ ਰਹੇ ਸਨ। ਸਾਧੂ ਤੀਨ ਸਮਾਨ ਅਗਨ ਹਰ। ਉਸ ਸਮੇਂ ਕਹਿੰਦੇ ਬਾਬਾ ਸਾਧੂ ਜੀ ਨੇ ਆ ਕਰਕੇ ਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹੈ। ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਜੋ ਸਰੋਵਰ ਪਾਪਾਂ ਦੇ ਨਾਸ਼ ਕਰਨ ਵਾਲਾ ਹੈ। ਸਖਤ ਤਰ ਭੇਟ ਅਗਾਰੀ। ਤਦੋਂ ਜਿਵੇਂ ਸਰਦੀ ਬਣਦੀ ਸੀ, ਉਹ ਸਾਰੀ ਭੇਟਾ ਮਹਾਰਾਜ ਜੀ ਦੇ ਅੱਗੇ ਰੱਖੀ। ਹੱਥ ਜੋੜ ਕਰ ਬੰਧਨ ਧਾਰੀ। ਹੱਥ ਜੋੜ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਬਾਣੀ ਬਿਨਤੀ ਸਹਿਤ ਉਚਾਰੀ। ਫਿਰ ਕਹਿੰਦੇ ਬੜੀ ਬੇਨਤੀ ਦੇ ਸਹਿਤ ਮੁਖੋਂ ਇਹ ਬਾਣੀ ਕਹੀ। ਪਾਲ ਹਵੈ ਕੁਮਤ ਬਿਦਾਰੀ। ਆਕਮਤ ਬਦਾਰੀ, ਹੈ ਮਹਾਰਾਜ ਤੁਸੀਂ ਬੜੇ ਕਿਰਪਾਲੂ ਹੋ। ਮਹਾਨ ਕਿਰਪਾ ਕਰਕੇ ਮੇਰੀ ਜਿਹੜੀ ਖੋਟੀ ਮੱਤ ਸੀ ਉਹ ਤੁਸਾਂ ਨੇ ਨਾਸ਼ ਕੀਤੀ ਸੀ। ਬਰਾਬਰ ਕੀ ਬਖਸ਼ੀ ਦਾਤ। ਸੱਚੇ ਪਾਤਸ਼ਾਹ ਹੁਣ ਸਾਡੇ ਗ੍ਰਹਿ ਵਿਖੇ ਪੁੱਤਰ ਪ੍ਰਾਪਤ ਹੋਇਆ, ਪੁੱਤਰ ਨੇ ਜਨਮ ਲਿਆ ਹੈ। ਇਹ ਵੀ ਆਪ ਜੀ ਦੀ ਬਖਸ਼ਿਸ਼ ਕੀਤੀ ਹੋਈ ਦਾਤ ਹੈ। ਭਗਵਾਨ ਪਾਤਾਤ। ਮਹਾਰਾਜ ਇਹ ਜਿਹੜਾ ਬਾਲਕ ਹੈ, ਚਿਹਰਾ ਬਹੁਤ ਹੀ ਇਹਦਾ ਸੋਹਣਾ ਹੈ ਤੇ ਬੜੇ ਭਾਗਾਂ ਵਾਲਾ ਪੁੱਤਰ ਲੱਗਦਾ ਹੈ। ਨਾਮ ਆਪ ਹੀ ਰਾਖਣ ਕਰੀਐ ਹੈ। ਆਪ ਵੀ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਹੁਣ ਇਹਦਾ ਨਾਮ ਰੱਖਣਾ ਕਰੋ। ਸਿੱਖ ਤੁਮਰੋ ਬਾਖੁ ਚਰੀਐ। ਤੇ ਨਾਲ ਹੀ ਸੱਚੇ ਪਾਤਸ਼ਾਹ ਜੀ ਇਹ ਵੀ ਬਚਨ ਉਚਾਰ ਦਿਓ, ਜਿਵੇਂ ਮੈਨੂੰ ਸਿੱਖੀ ਬਖਸ਼ਿਸ਼ ਕੀਤੀ ਹੈ, ਇਹਦਾ ਨਾਮ ਵੀ ਰੱਖੋ ਤੇ ਨਾਲ ਹੀ ਨਾਲ ਇਹ ਬੜਾ ਭਾਰੀ ਸਿੱਖ ਹੋਵੇ, ਇਹ ਬਚਨ ਵੀ ਉਚਾਰ ਦਿਓ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਹੈ ਬੱਚੇ ਦਾ ਬਹੁਤ ਸੋਹਣਾ ਚਿਹਰਾ ਹੈ। ਸੋ ਉਸ ਸਮੇਂ ਜਿਵੇਂ ਸੰਗਤ ਵਿੱਚ ਵਿਚਾਰ ਹੋਈ ਹੈ, ਸੰਗਤਾਂ ਕਹਿਣ ਲੱਗੀਆਂ ਮਹਾਰਾਜ ਇਹਦਾ ਤਾਂ ਚੰਦਰਮਾ ਵਰਗਾ ਚਿਹਰਾ ਹੈ, ਐਂ ਚਮਕ ਰਿਹਾ ਹੈ ਚਿਹਰਾ ਇਸ ਦਾ ਤਾਂ। ਮਹਾਰਾਜ ਜੀ ਹੱਸ ਪਏ। ਸੱਚੇ ਪਾਤਸ਼ਾਹ ਜੀ ਕਹਿੰਦੇ ਲਓ ਭਾਈ ਸਾਧੂ ਜੀ, ਇਹ ਤਾਂ ਸੰਗਤਾਂ ਨੇ ਆਪ ਹੀ ਨਾਮ ਰੱਖ ਦਿੱਤਾ ਹੈ। ਮਹਾਰਾਜ ਕੀ ਨਾਮ ਰੱਖਿਆ ਸਾਨੂੰ ਤਾਂ ਪਤਾ ਨਹੀਂ ਲੱਗਿਆ। ਸਤਿਗੁਰੂ ਜੀ ਕਹਿੰਦੇ ਇਹਨਾਂ ਨੇ ਕਿਹਾ ਵੀ ਚੰਦਰਮਾ ਵਰਗਾ ਰੂਪ ਹੈ ਇਸ ਦਾ, ਤੇ ਇਹਦਾ ਨਾਮ ਹੀ ਅਸੀਂ ਫਿਰ ਭਾਈ ਰੂਪ ਚੰਦ ਰੱਖ ਦਿੰਦੇ ਹਾਂ। ਮਹਾਰਾਜ ਜੀ ਨੇ ਕਿਹਾ ਨਾ ਤਾਂ ਇਹਦਾ ਰੂਪ ਚੰਦ ਹੈ, ਪਰ ਇਹ ਸੰਸਾਰ ਦੇ ਵਿੱਚ ਭਾਈ ਰੂਪਾ ਕਰਕੇ ਪ੍ਰਗਟ ਹੋਵੇਗਾ ਅਤੇ ਬਹੁਤ ਭਾਰੀ ਗੁਰਸਿੱਖੀ ਨੂੰ ਧਾਰਨ ਕਰੇਗਾ। ਇਹ ਵਰ ਰੂਪ ਬਚਨ ਸੁਣ ਕਰਕੇ ਦੋਨੇ ਪਤੀ ਪਤਨੀ ਬਹੁਤ ਖੁਸ਼ ਹੋਏ। ਏਦਾਂ ਕੁਝ ਕੁ ਦਿਨ ਅੰਮ੍ਰਿਤਸਰ ਸਾਹਿਬ ਗੁਰੂ ਜੀ ਦੇ ਪਾਸ ਹੀ ਬਤੀਤ ਕੀਤੇ ਸਨ।
ਫੇਰ ਆਗਿਆ ਲੈ ਕਰਕੇ ਤੇ ਆਪਣੇ ਘਰ ਤੁਕਲਾਣੀ ਪਿੰਡ ਨੂੰ ਆ ਗਏ। ਸਤਿਗੁਰ ਕੋ ਸਿਮਰਤ ਸੁਖ ਪਾਏ। ਇੱਥੇ ਤੁਕਲਾਣੀ ਵਿੱਚ ਰਹਿੰਦੇ ਰਹਿੰਦੇ ਹੀ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕਰਦੇ ਬਹੁਤ ਸੁਖ ਪਾਉਂਦੇ। ਅਸ਼ਟ ਮਾਸ ਕਪ ਬਰਖ ਬਿਤਾਵੈਂ। ਏਦਾਂ ਕਿਤੇ 6 ਮਹੀਨੇ ਤੇ ਕਿਤੇ ਸਾਲ ਬਤੀਤ ਕਰਦੇ ਨੇ। ਹਰਿ ਭਾਉ ਗੁਰ ਦਰਸ਼ਨ ਜਾਵੈਂ। ਏਦਾਂ 6 ਮਹੀਨੇ ਜਾਂ ਸਾਲ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦੇ ਆ, ਪ੍ਰੇਮ ਧਾਰਨ ਕਰਕੇ ਦਰਸ਼ਨ ਪ੍ਰਾਪਤ ਕਰਦੇ ਹਨ। ਸਖਤ ਪਟ ਦਰਬ ਚੜਾਵੈਂ। ਜਿੰਨਾ ਸਰਦਾ ਬੰਦਾ ਜਿੱਥੋਂ ਤੱਕ ਪਹੁੰਚ ਹੁੰਦੀ ਹੈ ਉਹ ਧਨ ਜਾਂ ਬਸਤਰ ਇਤਿਆਦਿਕ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਚੜਾਉਂਦੇ। ਇਹ ਆਇਸ ਪੁਨ ਹਰਿ ਆਵੈਂ। ਫੇਰ ਆਗਿਆ ਲੈ ਕਰਕੇ ਤੇ ਆਪਣੇ ਘਰ ਨੂੰ ਆ ਜਾਂਦੇ ਸਨ। ਪਾਲ ਪੁੱਤਰ ਕੋ ਕੀਨ ਬਡੇਰਾ। ਏਦਾਂ ਦੋਨਾਂ ਨੇ ਪਤੀ ਪਤਨੀ ਨੇ ਆਪਣੇ ਪੁੱਤਰ ਨੂੰ ਪਾਲ ਕੇ ਬੜਾ ਵੱਡਾ ਕੀਤਾ। ਮੈਂ ਚਿਤ ਜਾਹਿ ਕਨੇਰਾ। ਜਿਸ ਪੁੱਤਰ ਦਾ ਕਹਿੰਦੇ ਚਿੱਤ ਸਿੱਖੀ ਦੇ ਵਿੱਚ ਹੀ ਬਹੁਤ ਲੱਗਾ ਹੋਇਆ ਸੀ। ਸੁਤ ਸਿੱਖੀ ਅਦਕ ਕਮਾਈ। ਏਦਾਂ ਕਹਿੰਦੇ ਪਿਤਾ ਅਤੇ ਪੁੱਤਰ ਨੇ ਬਹੁਤ ਹੀ ਸਿੱਖੀ ਦੀ ਕਮਾਈ ਕੀਤੀ। ਸਾਹੁਤੀ ਬਹੁ ਆਕੁਲ ਜਾਈ। ਤੇ ਉਧਰ ਜਿਵੇਂ ਕਹਿੰਦੇ ਬਾਬਾ ਆਕੁਲ ਜੀ ਦੀ ਜਨਮੀ ਪੁੱਤਰੀ ਬੀਬੀ ਸੂਰਤੀ ਜੀ, ਜਿਵੇਂ ਉਹ ਵੀ ਗੁਰਸਿੱਖੀ ਵਿੱਚ ਬੜੇ ਪਰਪੱਕ ਸਨ। ਰੂਪਾ ਨਿਜ ਬਿਰਤ ਕੋ ਲਾਗੇ। ਫੇਰ ਕਹਿੰਦੇ ਭਾਈ ਰੂਪਾ ਕੁਝ ਜਵਾਨ ਹੋਇਆ ਤੇ ਜਿਹੜੀ ਆਪਣੀ ਕਿਰਤ ਹੈ ਉਹ ਕਿਰਤ ਵਿੱਚ ਲੱਗ ਗਏ। ਕਰਤ ਆਪਣੇ ਬਿਰਤ ਆਗੇ। ਜਿਵੇਂ ਉਹਨਾਂ ਦੇ ਵੱਡ ਵਡੇਰੇ ਆਪਣੀ ਕੋਈ ਕਿਰਤ ਕਰਿਆ ਕਰਦੇ ਸਨ, ਉਹਨਾਂ ਦੇ ਨਾਲ ਹੀ ਭਾਈ ਰੂਪਾ ਜੀ ਵੀ ਹੁਣ ਕਿਰਤ ਕਰਨ ਲੱਗ ਪਏ ਹਨ। ਪਿਤਾ ਪੁੱਤਰ ਜੁਗ ਕਰਹਿ ਕਮਾਈ। ਏਦਾਂ ਪਿਤਾ ਅਤੇ ਪੁੱਤਰ ਦੋਨੇ ਮਿਲ ਕਰਕੇ ਤੇ ਕਮਾਈ ਕਰਦੇ ਐ ਸਦਾ ਰਹਿ ਸਤਿਗੁਰ ਸਰਨਾਈ। ਤੇ ਸਦਾ ਹੀ ਮਨ ਤਨ ਕਰਕੇ ਗੁਰੂ ਦੀ ਸ਼ਰਨ ਵਿੱਚ ਹੀ ਰਹਿੰਦੇ ਹਨ। ਮਾਤ ਪਿਤਾ ਸਿੱਖ ਹੁਤੇ ਅਗਾਰੀ। ਦੇਖੋ ਉਹਨਾਂ ਦੇ ਕਹਿੰਦੇ ਮਾਤਾ ਤੇ ਪਿਤਾ ਪਹਿਲਾਂ ਹੀ ਗੁਰੂ ਜੀ ਦੇ ਸਿੱਖ ਸਨ। ਭਇਓ ਪ੍ਰੇਮੀ ਤਬ ਭਾਰੀ। ਤੇ ਮਾਤਾ ਪਿਤਾ ਸਿੱਖ ਸਨ, ਜਿਹਦੇ ਕਰਕੇ ਪੁੱਤਰ ਨੂੰ ਸਿੱਖੀ ਦੀਆਂ ਗੁੜਤੀਆਂ ਦਿੱਤੀਆਂ, ਸਿੱਖੀ ਦੀਆਂ ਲੋਰੀਆਂ ਦੇ ਦੇ ਕੇ ਪਾਲਿਆ। ਤਾਂ ਕਰਕੇ ਕਹਿੰਦੇ ਉਹ ਅੱਗੇ ਉਹਨਾਂ ਤੋਂ ਵੀ ਬਹੁਤ ਭਾਰੀ ਗੁਰਸਿੱਖ ਬਣਿਆ। ਗੁਰੂ ਪਰਮੇਸ਼ਰ ਰੂਪ। ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਤਾਂ ਪਰਮੇਸ਼ਰ ਸਰੂਪ ਹੀ ਜਾਣਦੇ ਹਨ। ਰਾਤੇ ਹਿਰਦੈ ਅਨੂਪ। ਮਨ ਦੇ ਵਿੱਚ ਬੜੀ ਭਾਵਨਾ ਧਾਰ ਕਰਕੇ ਅਨੂਪਮ ਸਤਿਗੁਰਾਂ ਨੂੰ ਸਦਾ ਹੀ ਹਿਰਦੇ ਵਿੱਚ ਚੇਤੇ ਕਰਦੇ ਰਹਿੰਦੇ ਨੇ। ਡਰੋਲੀ ਮਹਿ ਚੱਲ ਆਏ। ਏਦਾਂ ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਡਰੋਲੀ ਭਾਈ ਕੀ ਇੱਥੇ ਚੱਲ ਕੇ ਆ ਗਏ। ਮਨ ਵਿਖੇ ਅਦਕ ਹੁਲਸਾਏ। ਏਦਾਂ ਸੁਣ ਕੇ ਤੇ ਮਨ ਵਿੱਚ ਬਹੁਤ ਖੁਸ਼ ਹੋਏ। ਦਰਸ਼ਨ ਦਿਵਸ ਵਿਸੋਏ ਕਰਿਓ। ਏਦਾਂ ਕਹਿੰਦੇ ਜਦੋਂ ਵਿਸਾਖੀ ਦਾ ਦਿਨ ਆਇਆ ਸੀ ਉਹ ਜੋੜ ਮੇਲਾ ਬਣਾਇਆ। ਇੱਥੋਂ ਹੁਣ ਪਤਾ ਚੱਲਦਾ ਹੈ ਕਿ ਜਿਹੜਾ ਇਹ ਵਿਸਾਖੀ ਸੀ ਜਿਹੜੀ ਆਪਾਂ ਕੱਲ ਸੁਣੀ, ਇਹ ਜਦੋਂ ਮਹਾਰਾਜ ਜੀ ਪਹਿਲਾਂ ਇੱਥੇ ਆਏ ਸੀ ਭਾਈ ਕੀ ਡਰੌਲੀ, ਇਹ ਉਸ ਸਮੇਂ ਦੀ ਸਾਖੀ ਸੀ। ਪਰ ਇਹ ਪ੍ਰਸੰਗ ਸਾਰਾ ਹੁਣ ਅੱਗੇ ਇੱਥੇ ਆ ਰਿਹਾ ਸੀ, ਤਾਂ ਕਰਕੇ ਭਾਈ ਸਾਹਿਬ ਜੀ ਨੇ ਇੱਥੇ ਨਾਲ ਜੋੜ ਕੇ ਉਹ ਸਾਰੀ ਸਾਖੀ ਪੂਰੀ ਕੀਤੀ ਹੈ। ਪ੍ਰੇਮ ਹੋਤ ਕੁਲ ਹਰਿਓ। ਇਦਾਂ ਕਹਿੰਦੇ ਨੇਤਾ ਪ੍ਰਤੀ ਮਨ ਵਿੱਚ ਬਹੁਤ ਪ੍ਰੇਮ ਧਾਰਨ ਕਰਦੇ। ਆਗਿਆ ਲੈ ਨਿਜ ਘਰ ਕੋ ਆਏ। ਇਦਾਂ ਵਿਸਾਖੀ ਦਾ ਜੋੜ ਮੇਲਾ ਮਨਾਇਆ। ਇੱਥੇ ਭਾਈ ਕੀ ਡਰੌਲੀ ਜੋ ਗੁਰੂ ਸਾਹਿਬ ਜੀ ਨੇ ਇੱਥੇ ਆ ਕੇ ਬੜਾ ਪ੍ਰੇਮ ਧਾਰਿਆ, ਸੇਵਾ ਕੀਤੀ ਹੈ। ਫਿਰ ਆਗਿਆ ਲੈ ਕੇ ਆਪਣੇ ਘਰ ਨੂੰ ਆ ਗਏ। ਦਸ ਕਹਿਤ ਸੁਨਤ ਸੁਖ ਪਾਏ। ਤੇ ਦੋਨੇ ਪਿਓ ਪੁੱਤ ਗੁਰੂ ਸਾਹਿਬ ਜੀ ਦਾ ਜਸ ਕਹਿੰਦੇ ਸੁਣਦੇ ਰਹਿੰਦੇ ਐ, ਬਹੁਤ ਸੁਖ ਪਾਉਂਦੇ। ਪਿਤਾ ਪੂਤ ਆਪਸ ਮਹਿ ਸਦਾ। ਪਿਤਾ ਅਤੇ ਪੁੱਤਰ ਦੋਨੇ ਹੀ ਸਦਾ ਹੀ ਆਪਸ ਵਿੱਚ ਕੀਰਤ ਭਾਖੇ ਜਦ ਕਦਾ। ਜਦ ਕਦਾ ਵੀ ਕਹਿੰਦੇ ਜਦੋਂ ਕਦੋਂ ਭਾਵ ਹਰ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਹੀ ਉਚਾਰਦੇ ਰਹਿੰਦੇ ਹਨ। ਮਾਸ ਆਇਓ ਜਿਸ ਕਾਲਾ। ਇੱਕ ਵਾਰ ਕਹਿੰਦੇ ਜਦੋਂ ਜੇਠ ਹਾੜ ਦੇ ਗਾਂ ਮਹੀਨੇ ਆ ਗਏ ਸੂਰ ਤੇ ਕਾਮ ਵਿਸਾਲਾ। ਤੇ ਸੂਰਜ ਦੀਆਂ ਕਿਰਨਾਂ ਬੜੀਆਂ ਤਿੱਖੀਆਂ ਧਰਤੀ ਤੇ ਪੈਣ, ਜਿਹਦੇ ਕਰਕੇ ਬਹੁਤ ਭਾਰੀ ਗਰਮੀ ਹੋ ਗਈ। ਜਿਸ ਮੈਂ ਤਪਤ ਕਨੇਰੀ। ਦਸੇ ਦਿਸ਼ਾਵਾਂ ਵਿੱਚ ਚਾਰੇ ਪਾਸੇ ਬਹੁਤ ਭਾਰੀ ਤਪਸ਼ੀ ਤਪਸ਼ ਹੈ। ਚਲੇ ਵੇਖ ਜਿਸ ਬੇਰੀ। ਉਸ ਸਮੇਂ ਕਹਿੰਦੇ ਲੋਆਂ ਚੱਲਦੀਆਂ ਬਹੁਤ ਤੇਜ਼ੀ ਦੇ ਨਾਲ। ਪਿਤਾ ਪੁੱਤ ਜੁਗ ਮਿਲੇ। ਇੱਕ ਦਿਨ ਦੀ ਗੱਲ ਹੈ ਕਿ ਇਹ ਪਿਤਾ ਤੇ ਪੁੱਤਰ ਭਾਈ ਸਾਧੂ ਤੇ ਭਾਈ ਰੂਪਾ ਜੀ ਦੋਨੇ ਮਿਲੇ। ਕਾਠ ਬਹਿਰ ਕੋ ਚਲੇ। ਕੁਝ ਲੱਕੜਾਂ ਵੱਢਣ ਵਾਸਤੇ ਘਰੋਂ ਬਾਹਰ ਨੂੰ ਚੱਲੇ ਸਨ। ਤੇ ਦੂਰ ਸਾਧੂ ਤਬ ਕਹਿਓ। ਉਸ ਸਮੇਂ ਬਾਬਾ ਸਾਧੂ ਜੀ ਨੇ ਕਿਹਾ ਕਿ ਜਿੱਥੇ ਅਸੀਂ ਲੱਕੜਾਂ ਕੱਟਣ ਜਾਣਾ ਅੱਜ ਉਹ ਥਾਂ ਬਹੁਤ ਦੂਰ ਹੈ। ਅਦਕ ਬਾਹਰ ਹੋਈ ਰਹਿਓ।
ਤੇ ਬਾਹਰ ਬਹੁਤ ਭਾਰੀ ਤਪਸ਼ ਜਾਣੀ ਦੀ ਹੈ। ਸੁਤ ਜਲ ਕੂਨਾ ਭਰ ਲਈ ਜਾਵੇ। ਆਪਣੇ ਪੁੱਤਰ ਨੂੰ ਕਹਿਣ ਲੱਗੇ ਕਿ ਪੁੱਤਰ ਰੂਪੇ ਇਸ ਕਰਕੇ ਇੰਜ ਕਰ ਕਿ ਇੱਕ ਕੂਨਾ ਪਾਣੀ ਦਾ ਭਰ ਲੈਣਾ ਕਰ। ਕੂਨਾ ਪੁਰਾਣਾ ਸ਼ਬਦ ਹੈ ਸੰਗਤ ਜੀ, ਉਹ ਮਿੱਟੀ ਦਾ ਇੱਕ ਘੜੇ ਜੇ ਵਾਂਗ, ਉਹਦੀ ਮਿੱਟੀ ਦੀ ਮੱਟੀ ਜੀ ਉਹਨੂੰ ਕਹਿੰਦੇ, ਅੱਜ ਕੱਲ੍ਹ ਮਿੱਟੀ ਦੀ ਮੱਟੀ ਕਹਿ ਲਓ। ਉਹ ਪੁਰਾਣੇ ਸਮੇਂ ਨੂੰ ਕੂਨਾ ਜਿਹਾ ਕਿਹਾ ਕਰਦੇ ਸਨ। ਉਹ ਕੀ ਕਰਿਆ ਕਰਦੇ ਕਿ ਕੂਨੇ ਨੂੰ ਸੰਗਤ ਜੀ ਫਿਰ ਤਾਂ ਟੰਗ ਦਿੱਤਾ ਜਾਂਦਾ ਸੀ ਕਿਤੇ ਰੁੱਖ ਨਾ ਬੰਨ੍ਹ ਕਰਕੇ, ਤੇ ਨਾਲ ਇੱਕ ਬੋਰੀ ਜੀ ਪਾ ਦਿੱਤੀ ਜਾਂਦੀ ਸੀ ਗਿੱਲੀ ਕਰਕੇ, ਤੇ ਉਹ ਜਦੋਂ ਹਵਾ ਆ ਕੇ ਇਹਦੇ ਨਾਲ ਸਪਰਸ਼ ਹੁੰਦੀ ਤਾਂ ਇਹਦੇ ਅੰਦਰਲਾ ਜਿਹੜਾ ਪਾਣੀ ਸੀ ਉਹ ਬੜਾ ਠੰਡਾ ਹੋ ਜਾਇਆ ਕਰਦਾ ਸੀ। ਸੋ ਅਸੀਂ ਦੱਸਦੇ ਵੀ ਉਹ ਕੂਨਾ ਇੱਕ ਉਹ ਕਹਿਣਾ ਕੀਤਾ ਕਿ ਇੰਝ ਕਰੋ ਕਿ ਕੂਨਾ ਪਾਣੀ ਦਾ ਭਰ ਕੇ ਲੈ ਚੱਲੋ। ਬਾਹਰ ਆਪਾਂ ਗਰਮੀ 'ਚ ਲੱਕੜਾਂ ਵੱਢਣੀਆਂ ਕੰਮ ਕਰਨਾ ਹੈ, ਜਦੋਂ ਪਿਆਸ ਲੱਗੇਗੀ ਤੇ ਉਹ ਪਾਣੀ ਪੀ ਲਵਾਂਗੇ। ਸੁਣ ਕੇ ਭਾਈ ਰੂਪਾ ਜੀ ਨੇ ਉਸ ਸਮੇਂ ਨਵਾਂ ਕਹਿੰਦੇ ਪਾਣੀ ਬੜੇ ਸੋਹਣੇ ਤਰੀਕੇ ਦੇ ਨਾਲ ਉਸ ਕੂਨੇ ਨੂੰ ਭਰ ਲੈਣਾ ਕੀਤਾ। ਏਦਾਂ ਮੋਢੇ ਤੇ ਰੱਖ ਕਰਕੇ ਕਹਾੜੇ ਤੇ ਫਿਰ ਚੱਕ ਕੇ ਘੜਾ ਤੇ ਚੱਲ ਪਏ। ਜਿਨ੍ਹਾਂ ਦੇ ਕਹਿੰਦੇ ਬਹੁਤ ਹੀ ਚੰਗੇ ਭਾਗ ਪ੍ਰਗਟ ਹੋਏ ਜਾਣੋ। ਏਦਾਂ ਘਰ ਤੋਂ ਬਹੁਤ ਦੂਰ ਚਲੇ ਗਏ ਐ ਤੇ ਪਾਣੀ ਨਾਲ ਫੜਿਆ ਹੋਇਆ ਹੈ। ਏਦਾਂ ਜਦੋਂ ਬਾਹਰ ਦੂਰ ਜਾ ਕੇ ਕੁਝ ਸੁੱਕੀਆਂ ਜੀਆਂ ਲੱਕੜਾਂ ਦੇਖੀਆਂ, ਉੱਥੇ ਇੱਕ ਬੜਾ ਭਾਰੀ ਜੰਡ ਦਾ ਰੁੱਖ ਸੀ ਤੇ ਉਹਦੀ ਹੁਣ ਛਾਂ ਬੜੀ ਸੰਘਣੀ ਜੀ ਹੁੰਦੀ ਹੈ ਜੰਡ ਦੀ, ਤੇ ਕਹਿੰਦੇ ਉਹਦੇ ਨਾਲ ਫਿਰ ਬੰਨ੍ਹ ਕਰਕੇ ਤੇ ਉਹ ਕੂਨਾ ਲਟਕਾ ਦਿੱਤਾ। ਤੇ ਆਪ ਕਹਿੰਦੇ ਜਿਹੜੀ ਕੁਝ ਕਾਰ ਕਰਨੀ ਸੀ ਉਹ ਲੱਕੜਾਂ ਦੇਖੀਆਂ ਆਸੇ ਪਾਸੇ, ਹੱਥਾਂ ਦੇ ਵਿੱਚ ਫਿਰ ਉਹ ਕੁਹਾੜੇ ਫੜ ਕੇ ਤੇ ਉਹ ਲੱਕੜਾਂ ਨੂੰ ਕੱਟਣ ਲੱਗ ਪਏ। ਆ ਘਰ ਤੋਂ ਜਦੋਂ ਚੱਲੇ ਸੀ ਪ੍ਰਸ਼ਾਦਾ ਪਾਣੀ ਛਕ ਕੇ ਆਏ ਸਨ। ਹੁਣ ਚੱਲਦਿਆਂ ਚੱਲਦਿਆਂ ਵੀ ਬਹੁਤ ਉਹਨਾਂ ਨੂੰ ਦੇਰੀ ਲੱਗੀ ਹੈ ਤੇ ਚੰਗੀ ਗਰਮੀ ਪੈਣ ਕਰਕੇ ਪਿਆਸ ਵੀ ਲੱਗ ਆਈ। ਜਦੋਂ ਕਹਿੰਦੇ ਕੁਝ ਕੁ ਲੱਕੜਾਂ ਵੱਢ ਕੇ ਤੇ ਫਿਰ ਪਾਣੀ ਪੀਣ ਵਾਸਤੇ ਚੱਲ ਕੇ ਆਏ। ਆ ਕੇ ਜਿੱਥੇ ਜੰਡ ਦਾ ਰੁੱਖ ਸੀ ਉਹਦੇ ਹੇਠਾਂ ਆ ਕੇ ਟਿਕੇ। ਉਸ ਸਮੇਂ ਕਹਿੰਦੇ ਭਾਈ ਰੂਪਾ ਜੀ ਆਪਣੇ ਪਿਤਾ ਨੂੰ ਪਾਣੀ ਪਿਆਉਣ ਵਾਸਤੇ ਉੱਠਿਆ। ਜਦੋਂ ਉੱਠ ਕੇ ਤੇ ਉਹ ਪਾਣੀ ਨੂੰ ਭਾਈ ਰੂਪੇ ਜੀ ਨੇ ਹੱਥ ਲਾਉਣਾ ਕੀਤਾ, ਸੋ ਉੱਥੇ ਕਹਿੰਦੇ ਕੂਨਾ ਲਟਕਦਾ ਹੋਇਆ ਉਹਦਾ ਪਾਣੀ ਬਹੁਤ ਹੀ ਠੰਡਾ ਹੋ ਚੁੱਕਾ ਸੀ। ਤਦੋਂ ਕਹਿੰਦੇ ਭਾਈ ਰੂਪਾ ਜੀ ਨੇ ਆਪਣੇ ਪਿਤਾ ਨੂੰ ਬਹੁਤ ਪਿਆਸਾ ਜਾਣਿਆ। ਤਦੋਂ ਭਾਈ ਰੂਪਾ ਜੀ ਕਹਿਣ ਲੱਗੇ, ਹੇ ਪਿਤਾ ਜੀ ਮੇਰੀ ਇੱਕ ਗੱਲ ਸੁਣੋ। ਆਪਾਂ ਜਿਹੜਾ ਇੱਥੇ ਲਿਆ ਕੇ ਆ ਕੂਨਾ ਟੰਗਿਆ ਹੈ, ਇਹਦਾ ਪਾਣੀ ਬਹੁਤ ਹੀ ਉਜਲ ਤੇ ਬੜਾ ਠੰਡਾ ਹੋਇਆ ਜਾਣੋ। ਬੜੀਆਂ ਲੂਆਂ ਜੀਆਂ ਲੱਗ ਰਹੀਆਂ ਸੀ ਤੇ ਛਾਵੇਂ ਟੰਗਿਆ ਹੋਇਆ ਸੀ। ਇਸ ਕਰਕੇ ਪਾਣੀ ਬੜਾ ਠੰਡਾ ਹੋਇਆ ਹੈ। ਇਹੋ ਜਿਹਾ ਅੱਗੇ ਨਹੀਂ ਮੈਂ ਕਦੀ ਠੰਡਾ ਪਾਣੀ ਕਿਤੇ ਦੇਖਿਆ ਪਰਖਿਆ। ਮੈਂ ਤੁਸੀਂ ਅਸੀਂ ਮਿਹਨਤੀ ਲੋਕ ਆ, ਮਿਹਨਤ ਕਰਨ ਵਾਲੇ ਹਾਂ। ਜਿਹੜੀ ਇਹੋ ਜਿਹੀ ਬੜੀ ਮਿੱਠੀ ਤੇ ਬੜੀ ਠੰਡੀ ਵਸਤੂ ਹੈ, ਇਹ ਸਾਡੇ ਯੋਗ ਨਹੀਂ ਆ ਪੀਣ ਦੇ। ਇਹ ਜਿਹੜਾ ਜਲ ਹੈ ਨਾ ਬੜਾ ਠੰਡਾ ਪਿਤਾ ਜੀ, ਇਹ ਤਾਂ ਸਾਡੇ ਸਤਿਗੁਰੂ ਜੀ ਦੇ ਪੀਣ ਦੇ ਯੋਗ ਹੈ। ਮੈਂ ਜਾਣ ਲਿਆ ਹੈ ਕਿ ਕਿਸੇ ਹੋਰ ਦੇ ਯੋਗ ਨਹੀਂ ਹੈ ਇਹ ਪਾਣੀ ਪੀਣਾ। ਜਿਹੜੇ ਗੁਰੂ ਸਾਹਿਬ ਜੀ ਬਹੁਤ ਹੀ ਉੱਤਮ ਹੈ, ਸਾਰੇ ਸੰਸਾਰ ਦੇ ਹੀ ਮਾਲਕ ਹਨ। ਤੇ ਸੰਸਾਰ ਵਿੱਚ ਫਿਰ ਜਿਹੜੀਆਂ ਸਭ ਤੋਂ ਉੱਤਮ ਵਸਤੂਆਂ ਨੇ ਉਹ ਵੀ ਉਹਨਾਂ ਦੇ ਯੋਗ ਹਨ। ਸਮਤਵੰਤ ਜਿਹੜੇ ਸ਼੍ਰੇਸ਼ਟ ਮੱਤ ਵਾਲੇ ਮਨੁੱਖ ਹਨ, ਇਹ ਲੱਖ ਲੇਤ ਜਾਣ ਲੈਂਦੇ ਹਨ। ਇਸੇ ਕਰਕੇ ਜਿਹੜੀਆਂ ਬੜੀਆਂ ਵਧੀਆ ਵਧੀਆ ਵਸਤੂਆਂ ਹੁੰਦੀਆਂ ਨੇ ਉਹ ਫਿਰ ਗੁਰੂ ਸਾਹਿਬ ਜੀ ਨੂੰ ਭੇਟਾ ਵਿੱਚ ਦਿਆ ਕਰਦੇ ਹਨ। ਏਦਾਂ ਕਹਿੰਦੇ ਕਿ ਗੁਰੂ ਸਾਹਿਬ ਜੀ ਫਿਰ ਆਪਣੇ ਜੋਗ ਜਾਣ ਕੇ ਵੀ ਇਹ ਗੁਰਸਿੱਖ ਨੇ ਸਾਨੂੰ ਵਸਤੂ ਭੇਟ ਕੀਤੀ ਹੈ, ਸਾਨੂੰ ਜੋਗ ਜਾਣ ਕੇ ਸਾਡੇ ਜੋਗ ਜਾਣ ਕੇ
ਤਾਂ ਫਿਰ ਮਹਾਰਾਜ ਜੀ ਬਹੁਤ ਖੁਸ਼ ਹੋ ਜਾਂਦੇ ਹਨ। ਜਗ ਸਾਗਰ ਦੇ ਹੱਥ ਧਰਾਂ ਮੈਂ। ਤਦੋਂ ਆਪਣਾ ਹੱਥ ਦੇ ਕਰਕੇ ਤੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਆ। ਇੱਥੋਂ ਇਹ ਵੀ ਸਿੱਖਿਆ ਮਿਲ ਰਹੀ ਸਾਨੂੰ ਕਿ ਜਿਹੜਾ ਕੋਈ ਉੱਤਮ ਹੋਵੇ ਤੇ ਉਹਨੂੰ ਸੰਗਤ ਜੀ ਫਿਰ ਕੋਈ ਉੱਤਮ ਵਸਤੂ ਹੀ ਦੇਣੀ ਬਣਦੀ ਹੈ। ਜਿਵੇਂ ਰਾਜੇ ਮਹਾਰਾਜੇ ਹੁੰਦੇ ਤੇ ਉਹਨਾਂ ਨੂੰ ਜਦੋਂ ਕੋਈ ਬਾਹਰੋਂ ਕੋਈ ਵਸਤੂ ਭੇਟ ਕਰਿਆ ਕਰਦਾ ਤੇ ਬੜੀਆਂ ਸੋਹਣੀਆਂ ਕੀਮਤੀ ਵਸਤੂਆਂ ਲਿਆ ਕੇ ਦਿਆ ਕਰਦੇ ਸੀ। ਜਿਵੇਂ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ, ਤੇ ਇਹਨਾਂ ਦੇ ਪਾਸ ਜਦੋਂ ਸੰਗਤ ਜੀ ਕੋਈ ਮਿਲਣ ਗਿਲਣ ਆਉਂਦਾ ਰਾਜਾ, ਜਿਵੇਂ ਹੈਦਰਾਬਾਦ ਦਾ ਨਿਜ਼ਾਮ ਸੀ, ਉਹਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਫਿਰ ਉਹ ਸੋਨੇ ਦਾ ਚੰਦੋਆ ਭੇਟ ਕੀਤਾ ਸੀ। ਤੇ ਜਦੋਂ ਲੱਗਿਆ ਚੰਦੋਆ ਤੇ ਦੇਖ ਕੇ ਬੜੇ ਖੁਸ਼ ਹੋਏ ਸੀ ਮਹਾਰਾਜਾ ਰਣਜੀਤ ਸਿੰਘ ਜੀ, ਤੇ ਕਹਿਣ ਲੱਗੇ ਇਹ ਜਿਹੜਾ ਚੰਦੋਆ ਹੈ ਇਹ ਮੇਰੇ ਵਾਸਤੇ ਨਹੀਂ, ਇਹ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ 'ਤੇ ਲੱਗਣਾ ਚਾਹੀਦਾ ਹੈ। ਉਸ ਸਮੇਂ ਫਿਰ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਨੇ ਭੇਜ ਦਿੱਤਾ ਸੀ। ਸੋ ਉਹ ਫਿਰ ਉਹਨਾਂ ਨੇ ਕਿਹਾ ਸ੍ਰੀ ਹਰਿਮੰਦਰ ਸਾਹਿਬ ਦੇ ਉਸ ਸਮੇਂ ਗ੍ਰੰਥੀ ਸਿੰਘਾਂ ਨੇ ਕਿ ਜੀ ਸ਼ੇਰੇ ਪੰਜਾਬ ਇਹ ਇੱਕ ਵਾਰ ਤੇਰੇ ਸਿਰ ਉੱਤੇ ਲੱਗ ਚੁੱਕਾ ਹੈ, ਇਸ ਕਰਕੇ ਹੁਣ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਉੱਤੇ ਅਸੀਂ ਨਹੀਂ ਲਾ ਸਕਦੇ। ਸ਼ੇਰੇ ਪੰਜਾਬ ਕਹਿੰਦਾ ਮੈਂ ਤਾਂ ਹੁਣ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕਰ ਚੁੱਕਾ ਹਾਂ। ਕਹਿੰਦੇ ਫਿਰ ਇੱਥੇ ਤੋਸ਼ੇਖਾਨੇ ਵਿੱਚ ਹੀ ਰਹੇਗਾ। ਸੋ ਸੰਗਤ ਜੀ ਬਹੁਤ ਸਮਾਂ ਇੱਥੇ ਰਿਹਾ। 1984 ਵਿੱਚ ਜਦੋਂ ਹਮਲਾ ਹੋਇਆ ਹੈ ਉਸ ਸਮੇਂ ਫਿਰ ਉਹ ਜਿਹੜਾ ਚੰਦੋਆ ਸੀ ਅਗਨ ਭੇਟ ਹੋ ਗਿਆ ਸੀ। ਸੋ ਭਾਵ ਹੈ ਕਿ ਜਿਹੜੀਆਂ ਕੁਝ ਉੱਤਮ ਵਸਤੂਆਂ ਹੁੰਦੀਆਂ ਉਹ ਉੱਤਮ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ, ਅਤੇ ਸਾਡੇ ਗੁਰੂ ਸਾਹਿਬ ਸਭ ਤੋਂ ਉੱਤਮ ਹੈ। ਅਤੇ ਗੁਰੂ ਸਾਹਿਬ ਜੀ ਨੂੰ ਫਿਰ ਉੱਤਮ ਭੇਟਾਵਾਂ ਦਿੱਤੀਆਂ ਜਾਂਦੀਆਂ, ਅਰਪਣ ਕੀਤੀਆਂ ਜਾਂਦੀਆਂ। ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੇ ਜਗਤ ਦੇ ਮਾਲਕ, ਸਭ ਤੋਂ ਉੱਤਮ, ਸਭ ਤੋਂ ਸ਼੍ਰੇਸ਼ਟ ਹੈ। ਅਤੇ ਜਦੋਂ ਕੋਈ ਆਪਾਂ ਸੰਗਤ ਦੀ ਵਸਤੂ ਭੇਟਾ ਕਰਨੀ ਹੋਵੇ ਤਾਂ ਮਨ ਵਿੱਚ ਇਹੀ ਖਿਆਲ ਰੱਖ ਕੇ ਕਿ ਜਿਹੜੀ ਕੋਈ ਚੰਗੀ ਚੀਜ਼ ਹੋਵੇ ਉਹੀ ਗੁਰੂ ਘਰ ਭੇਟਾ ਕਰਨੀ ਚਾਹੀਦੀ ਹੈ। ਨਹੀਂ ਤਾਂ ਆਮ ਹੁਣ ਸਾਡੇ ਮਨਾਂ 'ਚ ਖਿਆਲ ਬਣ ਚੁੱਕਾ ਕਿ ਜਿਹੜੀ ਕੋਈ ਮਾੜੀ ਚੀਜ਼ ਹੋਣੀ ਉਹ ਫਿਰ ਗੁਰੂ ਦੇ ਅੱਗੇ ਲਿਆ ਕੇ ਅਰਪਣ ਕਰ ਦੇਣੀ। ਹੋਰ ਨਹੀਂ, ਚਲੋ ਮਾਇਆ ਹੀ ਲਾ ਲਓ। ਜਿਹੜਾ ਨੋਟ ਕਿਤੇ ਨਹੀਂ ਚੱਲਦਾ, ਪੈਸਾ ਕੋਈ ਪਾਟਾ ਹੋਵੇ, ਉਹ ਲਿਆ ਕੇ ਕਹਿੰਦੇ ਚਲੋ ਗੁਰਦੁਆਰੇ ਗੋਲਕ 'ਚ ਪਾ ਆਵਾਂਗੇ, ਉੱਥੇ ਕਿਹੜਾ ਕੋਈ ਦੇਖਣ ਲੱਗਾ। ਐਸਾ ਨਹੀਂ ਕਰਨਾ ਚਾਹੀਦਾ ਕਿ ਗੁਰੂ ਸਾਹਿਬ ਸਭ ਤੋਂ ਉੱਤਮ ਹੈ ਅਤੇ ਉਹਨਾਂ ਨੂੰ ਸਭ ਤੋਂ ਉੱਤਮ ਚੀਜ਼ ਹੀ ਦੇਣੀ ਚਾਹੀਦੀ ਹੈ। ਜਿਹੜਾ ਰੁਪਈਆ ਕਿਤੇ ਨਹੀਂ ਚੱਲਿਆ ਹੈ ਅਤੇ ਕੀ ਆਪਾਂ ਉਹੀ ਗੁਰੂ ਸਾਹਿਬ ਨੂੰ ਰੱਖਣਾ, ਗੁਰੂ ਸਾਹਿਬ ਕੋਲ ਵਾਧੂ ਥੋੜ੍ਹੀ ਹੈ। ਸੋ ਐਸੀ ਭਾਵਨਾ ਧਾਰ ਕਰਕੇ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਸਭ ਤੋਂ ਉੱਤਮ ਨੇ, ਉਹਨਾਂ ਨੂੰ ਉੱਤਮ ਵਸਤੂ ਹੀ ਭੇਟਾ ਕਰਨੀ ਚਾਹੀਦੀ। ਚਾਹੇ ਆਪਾਂ ਵਸਤਰ ਹੀ ਭੇਟਾ ਕਰਨੇ, ਰੁਮਾਲੇ, ਕਈ ਵਾਰ ਸੰਗਤ ਜੀ ਰੁਮਾਲੇ ਵੀ ਆਪਾਂ ਉਹ ਲਿਆਉਂਦੇ ਐ ਜਿਹੜੀਆਂ ਬੀਬੀਆਂ ਚੁੰਨੀਆਂ ਵੀ ਨਹੀਂ ਅੱਜ ਕੱਲ੍ਹ ਲੈਂਦੀਆਂ, ਉਹੋ ਜਿਹੀਆਂ ਤਾਂ ਉਹੋ ਜਿਹੇ ਰੁਮਾਲੇ ਮਹਾਰਾਜ ਨੂੰ ਭੇਟਾ ਕਰ ਦਿੰਦੇ, ਨਾ ਅੱਗੇ ਉਹ ਲਾਉਣ ਦੇ ਯੋਗ ਹੀ ਰਹਿੰਦੇ ਨੇ। ਸੋ ਇਸ ਕਰਕੇ ਵਸਤਰ ਵੀ ਜਦੋਂ ਭੇਟਾ ਕਰਨਾ ਹੈ ਉਹ ਵੀ ਹੋ ਸਕੇ ਤਾਂ ਵਧੀਆ ਤੋਂ ਵਧੀਆ ਸੰਗਤ ਜੀ ਭੇਟਾ ਕਰਿਆ ਜਾਵੇ। ਸੋ ਇਹਦੇ ਨਾਲ ਕੀ ਹੈ ਕਿ ਜਦੋਂ ਸੱਚੇ ਪਾਤਸ਼ਾਹ ਜੀ ਨੂੰ ਵਧੀਆ ਚੀਜ਼ ਭੇਟਾ ਕਰਾਂਗੇ ਅਤੇ ਗੁਰੂ ਸਾਹਿਬ ਜੀ ਜਾਣਦੇ ਕਿ ਇਹ ਸਿੱਖ ਨੇ ਸਾਨੂੰ ਉੱਤਮ ਜਾਣਿਆ ਹੈ, ਤਾਂ ਹੀ ਇਹ ਵਧੀਆ ਚੀਜ਼ ਸਾਡੇ ਅੱਗੇ ਲਿਆ ਕੇ ਰੱਖੀ ਹੋਈ ਹੈ। ਇਸ ਕਰਕੇ ਗੁਰੂ ਜੀ ਫਿਰ ਖੁਸ਼ ਹੋ ਕੇ ਕਹਿੰਦੇ ਕਿ ਉਹਨਾਂ ਨੂੰ ਮੁਕਤੀ ਉਹ ਦੇ ਦਿੰਦੇ। ਇਹ ਭਾਈ ਰੂਪਾ ਜੀ ਦੇ, ਭਾਈ ਸਾਧੂ ਜੀ ਦੇ ਜੀਵਨ ਵਿੱਚੋਂ ਸੰਗਤ ਦੀ ਸਿੱਖਿਆ ਮਿਲ ਰਹੀ। ਇਹ ਪਿੰਡ ਕੋਈ ਦੂਰ ਵੀ ਨਹੀਂ, ਇੱਥੇ ਮੋਗੇ ਤੋਂ ਪਰੇ ਹੀ ਸੰਗਤ ਜੀ ਪੈ ਜਾਂਦਾ। ਸੋ ਇੱਦਾਂ ਉੱਥੋਂ ਦੇ ਰਹਿਣ ਵਾਲੇ ਹੈ ਭਾਈ ਰੂਪ ਚੰਦ ਜੀ, ਅਤੇ ਉਹ ਦੱਸ ਰਹੇ ਆਪਣੇ ਪਿਤਾ ਜੀ ਨੂੰ ਕਿ ਪਿਤਾ ਜੀ ਜਿਹੜੇ ਉੱਤਮ ਹਨ ਉਹਨਾਂ ਨੂੰ ਉੱਤਮ ਵਸਤੂਆਂ ਹੀ ਭੇਟਾ ਕੀਤੀਆਂ ਜਾਂਦੀਆਂ ਨੇ, ਅਤੇ ਗੁਰੂ ਸਾਹਿਬ ਜੀ ਉੱਤਮ ਹੈ। ਜਦੋਂ ਉਹਨਾਂ ਨੂੰ ਉੱਤਮ ਵਸਤੂ ਭੇਟਾ ਕਰਾਂਗੇ ਤਾਂ ਸਤਿਗੁਰੂ ਜੀ ਖੁਸ਼ ਹੋ ਕੇ ਸਾਨੂੰ ਹੱਥ ਦੇ ਕੇ ਆਹ ਸੰਸਾਰ ਸਮੁੰਦਰ ਤੋਂ ਤਾਰ ਲੈਣਗੇ। ਇਹ ਸਾਖੀਆਂ ਤੋਂ ਸਾਨੂੰ ਸਿੱਖਿਆ ਹੀ ਮਿਲਦੀ ਹੈ। ਇਹ ਨਹੀਂ ਕਿ ਕਿਤੇ ਮਨੋਰੰਜਨ ਆਪਾਂ ਕਰਦੇ ਹਾਂ ਕਿ ਪੁਰਾਣੇ ਸਮੇਂ ਅੱਜ ਤੋਂ 300-400 ਸਾਲ ਪਹਿਲਾਂ ਹੋ ਚੁੱਕੀਆਂ ਨੇ ਗੱਲਾਂ, ਅਤੇ ਉਹ ਜਿਵੇਂ ਆਮ ਘਰਾਂ ਦੇ ਵਿੱਚ ਨਹੀਂ ਬੈਠੇ ਹੁੰਦੇ ਆਪਾਂ, ਅਤੇ ਕਈ ਵਾਰੀ ਪੁਰਾਣੀਆਂ ਗੱਲਾਂ ਚੇਤੇ ਕਰਨ ਲੱਗ ਪੈਂਦੇ ਬਸ ਐਵੇਂ ਟਾਈਮ ਪਾਸ ਕਰਨ ਵਾਸਤੇ। ਹੋਣਾ ਤਾਂ ਕੁਝ ਨਹੀਂ ਹੁੰਦਾ। ਇਹ ਉਹ ਸੰਗਤ ਦੀ ਟਾਈਮ ਪਾਸ ਕਰਨ ਵਾਲੀਆਂ ਗੱਲਾਂ ਨਹੀਂ ਹਨ। ਇਹ ਗੱਲਾਂ ਗੁਰੂ ਕੇ ਜੀਵਨ ਦੀਆਂ, ਇਹ ਸਾਡੇ ਜੀਵਨ ਨੂੰ ਬਦਲਣ ਵਾਲੀਆਂ ਹਨ। ਇਹ ਗੁਰੂ ਕਾ ਇਤਿਹਾਸ, ਉਹ ਗੁਰਸਿੱਖਾਂ ਨੇ ਜਿਵੇਂ ਪ੍ਰਤੱਖ ਗੁਰੂ ਜੀ ਦੇ ਸਰੀਰ ਹੁੰਦਿਆਂ ਜਿਵੇਂ ਗੁਰੂ ਕੇ ਦਰਸ਼ਨ ਕੀਤੇ, ਗੁਰੂ ਦੇ ਪਾਸੋਂ ਉੱਤਮ ਸਿੱਖਿਆ ਪ੍ਰਾਪਤ ਕੀਤੀ ਹੈ, ਉਹ ਸਾਨੂੰ ਸਿੱਖਿਆਵਾਂ ਦਿੰਦਾ ਇਹੋ ਜਿਹਾ ਇਤਿਹਾਸ ਕਿ ਉਹਨਾਂ ਨੇ ਐ ਸਿੱਖੀ ਕਮਾਈ, ਇੰਝ ਗੁਰੂ ਦੇ ਨਾਲ ਪ੍ਰੇਮ ਪਾਇਆ। ਅਤੇ ਹੁਣ ਦੇ ਜਿਹੜੇ ਸਿੱਖ ਹੈ ਕਿ ਤੁਸੀਂ ਵੀ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰੋ ਕਿ ਗੁਰੂ ਦੇ ਚਰਨਾਂ ਦੇ ਨਾਲ ਸਾਡਾ ਪ੍ਰੇਮ ਲੱਗ ਜਾਵੇ। ਉਹ ਇੱਦਾਂ ਸੰਗਤ ਜੀ ਬਾਬਾ ਸਾਧੂ ਨੇ ਜਦੋਂ ਆਪਣੇ ਸੁਪੁੱਤਰ ਭਾਈ ਰੂਪੇ ਦੇ ਬਚਨ ਸੁਣੇ, ਸੁਣ ਕੇ ਕਹਿੰਦੇ ਹਾਂ ਪੁੱਤਰ ਤੂੰ ਚੰਗੀ ਗੱਲ ਹੀ ਆਖੀ ਹੈ, ਇਹ ਤਾਂ ਠੰਡਾ ਬੜਾ ਜਲ ਹੈ ਅਤੇ ਇਹ ਜਲ ਤਾਂ ਸਾਡੇ ਗੁਰੂ ਸਾਹਿਬ ਜੀ ਵਾਸਤੇ ਹੀ ਹੈ। ਉਹ ਗੁਰੂ ਜੀ ਛਕਣ ਇਹ ਜਲ ਨੂੰ, ਸਾਡੇ ਨਹੀਂ ਯੋਗ ਹੈ ਇਹ ਜਲ ਛਕਣਾ।
ਇਦਾਂ ਕਹਿੰਦੇ ਕਹਿ ਕੇ ਉਸੇ ਸਮੇਂ ਨੇਤਰ ਬੰਦ ਕਰ ਲਏ। ਉਠ ਲੱਗੇ ਕਾਟ ਬੇਲ ਕਰੀ। ਧਿਆਨ ਦੇ ਵਿੱਚ ਲੱਗ ਗਏ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬਹੁਤ ਸਮਾਂ ਬੈਠੇ ਰਹੇ ਹੈ। ਫੇਰ ਉੱਠ ਕੇ ਕੁਹਾੜੇ ਪਕੜ ਕੇ ਦੋਨੇ ਪਿਓ ਪੁੱਤ ਲੱਕੜਾਂ ਕੱਟਣ ਲੱਗ ਪਏ। ਬਸ ਇਹੀ ਮਨ ਦੇ ਵਿੱਚ ਗੁਰੂ ਦੇ ਨਾਲ ਪ੍ਰੀਤੀ ਲਾ ਲਈ, ਇਹੀ ਟੇਕ ਪਕੜ ਲਈ ਕਿ ਆਪਾਂ ਨਹੀਂ ਪਹਿਲਾਂ ਪਾਣੀ ਪੀਣਾ। ਏਦਾਂ ਕਹਿੰਦੇ ਘੜੀ ਕੁ ਬਤੀਤ ਕੀਤੀ ਹੈ, 24 ਕੁ ਮਿੰਟ ਦੀ ਘੜੀ ਹੁੰਦੀ ਹੈ, ਇੰਨਾ ਕੁ ਸਮਾਂ ਬਤੀਤ ਕੀਤਾ, ਬਹੁਤ ਜ਼ਿਆਦੇ ਪਿਆਸੇ ਹੋ ਗਏ। ਫੇਰ ਕਹਿੰਦੇ ਲੱਕੜਾਂ ਕੱਟ ਕਰਕੇ ਦੋਨੇ ਪਿਓ ਪੁੱਤ ਮਿਲ ਕੇ ਜਿੱਥੇ ਘੜਾ ਬੰਨਿਆ ਸੀ ਕੁੰਨਾ ਉਹਦੇ ਪਾਸ ਆ ਗਏ। ਜਦੋਂ ਕਹਿੰਦੇ ਬਾਬਾ ਸਾਧੂ ਜੀ ਨੇ ਉਸ ਕੁੰਨੇ ਨੂੰ ਹੱਥ ਲਾਇਆ, ਦੇਖਦੇ ਕਿ ਪਾਣੀ ਦਾ ਜਿਹੜਾ ਕੂਨਾ ਹੈ ਉਹ ਤਾਂ ਬਹੁਤ ਹੀ ਜ਼ਿਆਦਾ ਠੰਡਾ ਹੋਇਆ ਪਿਆ ਹੈ। ਮਨ ਵਿੱਚ ਆਉਂਦਾ ਹੈ ਕਿ ਮੈਂ ਤਾਂ ਚਲੋ ਵੱਡੀ ਉਮਰ ਦਾ, ਮੈਂ ਤਾਂ ਪਿਆਸ ਝੱਲ ਜੂੰ, ਪੁੱਤਰ ਅਜੇ ਨੌਜਵਾਨੀ ਉਮਰ ਦੇ ਵਿੱਚ ਹੈ, 16-17 ਸਾਲਾਂ ਦਾ, ਇਸ ਕਰਕੇ ਇਹਨੂੰ ਮੈਂ ਪਿਲਾ ਦੇਵਾਂ ਪਾਣੀ। ਸੋ ਇਦਾਂ ਕਹਿੰਦੇ ਹੁਣ ਤਪ ਰਹੀ ਸੀ, ਤਪਸ਼ ਪੈ ਰਹੀ ਸੀ ਪੂਰੀ, ਤ੍ਰਿਖਾ ਪਿਆਸ ਦੇ ਨਾਲ ਬੜੇ ਦੁਖੀ ਹੋਏ ਪਏ ਸਨ। ਉਸ ਪਿਆਸ ਨੂੰ ਦੂਰ ਕਰਨ ਦੇ ਵਾਸਤੇ ਇਦਾਂ ਕਹਿੰਦੇ ਠੰਡਾ ਪਾਣੀ ਦੇਖ ਕੇ ਫਿਰ ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਮੇਰੇ ਪੁੱਤਰ ਜਿਹੜਾ ਹੈ ਇਹ ਬੜਾ ਸ਼੍ਰੇਸ਼ਟ ਮੱਤ ਵਾਲਾ ਹੈ, ਇਹਨੇ ਸੱਚ ਹੀ ਕਿਹਾ ਹੈ ਕਿ ਇਹ ਜਿਹੜਾ ਪਾਣੀ ਹੈ ਇਹ ਤਾਂ ਸਾਡੇ ਗੁਰੂ ਸਾਹਿਬ ਜੀ ਦੇ ਪੀਣ ਦੇ ਯੋਗ ਹੀ ਹੈ। ਹਾਂ, ਪਰ ਫਿਰ ਮਨ ਵਿੱਚ ਸੋਚਦੇ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਿੱਥੋਂ ਆ ਕੇ ਪਾਣੀ ਪੀਣਗੇ ਸਾਡਾ। ਫਿਰ ਕਹਿੰਦੇ ਇਦਾਂ ਪਾਣੀ ਨੂੰ ਛੱਡ ਕੇ ਜਿੱਥੇ ਪੁੱਤਰ ਰੂਪ ਚੰਦ ਜੀ ਬੈਠੇ ਐ ਉਹਨਾਂ ਪਾਸ ਹੀ ਆ ਕੇ ਬਹਿ ਗਏ। ਦੋਨਾਂ ਪਿਓ ਪੁੱਤਾਂ ਨੂੰ ਬਹੁਤ ਅੰਦਰ ਪਿਆਸ ਲੱਗ ਗਈ ਹੈ, ਲੱਗ ਚੁੱਕੀ ਹੈ। ਕਹਿੰਦੇ ਗਲਾ ਸੁੱਕਦਾ ਜਾਂਦਾ ਹੈ, ਬੁੱਲ ਵੀ ਸੁੱਕ ਗਏ ਹਨ। ਏਦਾਂ ਜ਼ੁਬਾਨ ਜਿਹੜੀ ਹੈ ਉਹ ਵੀ ਕਹਿੰਦੇ ਹੁਣ ਚੱਲਦੀ ਨਹੀਂ ਹੈ, ਬਹੁਤ ਚਿਹਰੇ ਮੁਰਝਾ ਗਏ ਹਨ ਪਿਆਸ ਕਰਕੇ। ਨੀਠੇ ਨੀਠ ਕਹਿੰਦੇ ਹੌਲੀ ਹੌਲੀ ਫਿਰ ਮਸਾਂ ਇੱਕ ਦੂਜੇ ਦੇ ਨਾਲ ਪਿਓ ਪੁੱਤ ਗੱਲਾਂ ਕਰਦੇ ਐ ਤੇ ਆਸੇ ਪਾਸੇ ਦੂਰ ਦੂਰ ਤੱਕ ਆਪਣੀ ਨਿਗਾਹ ਚਲਾਉਂਦੇ ਹਨ। ਫਿਰ ਕਹਿੰਦੇ ਐ ਕਿ ਦੇਖੋ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਡਰੌਲੀ ਪਿੰਡ ਵਿੱਚ ਡੇਰਾ ਲਾਇਆ ਹੋਇਆ ਹੈ ਤੇ ਤੁਕਲਾਣੀ ਤੋਂ ਤਕਰੀਬਨ 30 ਕੋਹ ਦਾ ਬੜਾ ਭਾਰੀ ਰਸਤਾ ਹੈ ਜੰਗਲ ਵਾਲਾ। ਤੇ ਇਸ ਸਮੇਂ ਕਹਿੰਦੇ ਬਹੁਤ ਭਾਰੀ ਗਰਮੀ ਪੈ ਰਹੀ ਹੈ ਤੇ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵੇਲੇ ਜਿਹੜੀ ਇੰਨੀ ਬੜੀ ਡਾਢੀ ਧੁੱਪ ਪੈ ਰਹੀ ਹੈ ਇਹਦੇ ਵਿੱਚ ਕਿਵੇਂ ਆਉਣਗੇ। ਕਦੋਂ ਭਾਈ ਰੂਪਾ ਜੀ ਅਜੇ ਜੋ ਜਿਨ੍ਹਾਂ ਦੀ ਨੌਜਵਾਨੀ ਦੀ ਉਮਰ ਹੈ ਉਸ ਸਮੇਂ ਫਿਰ ਆਪਣੇ ਪਿਤਾ ਨੂੰ ਸਮਝਾਉਂਦੇ ਹਨ। ਕਹਿਣ ਲੱਗੇ ਪਿਤਾ ਜੀ ਸਾਨੂੰ ਤਾਂ ਨਹੀਂ ਇਦਾਂ ਦਾ ਕੋਈ ਮਨ ਵਿੱਚ ਸੰਸਾ ਕਰਨਾ ਬਣ ਆਉਂਦਾ, ਮੈਂ ਤੁਹਾਡੇ ਪਾਸੋਂ ਇਹੀ ਸਿੱਖਿਆ ਗ੍ਰਹਿਣ ਕੀਤੀ ਕਿ ਜਿਹੜੇ ਸਾਡੇ ਸਤਿਗੁਰੂ ਜੀ ਪੂਰਨ ਹਨ, ਸਰਬ ਕਲਾ ਸਮਰੱਥ ਹਨ। ਥਾਨ ਹਜ਼ੂਰਾ ਜਿੱਥੇ ਵੀ ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕਰਦਾ ਭਾਵਨਾ ਦੇ ਨਾਲ, ਗੁਰੂ ਸਾਹਿਬ ਜੀ ਤਾਂ ਉੱਥੇ ਹੀ ਹਜ਼ੂਰਾ ਹਾਜ਼ਰ ਹੋ ਜਾਂਦੇ ਹਨ। ਮਹਾਰਾਜ ਆਪਣੇ ਪਿਤਾ ਜੀ ਨੂੰ ਕਹਿੰਦੇ ਪਿਤਾ ਜੀ ਸਾਡੇ ਤਾਂ ਪ੍ਰੇਮ ਦੀ ਪ੍ਰਤੱਗਿਆ ਹੈ, ਉਹ ਪ੍ਰੇਮ ਦੀ ਪ੍ਰਤੱਗਿਆ ਨੂੰ ਆਪ ਹੀ ਸਾਡੇ ਗੁਰੂ ਜੀ ਨਿਭਾਉਣਗੇ। ਏਦਾਂ ਕਹਿੰਦੇ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਜੀ ਇਸ ਪਾਣੀ ਨੂੰ ਆਪਣਾ ਲਾਇਕ ਦੇਖ ਕਰਕੇ ਯੋਗ ਦੇਖ ਕੇ ਜ਼ਰੂਰ ਆ ਕੇ ਪੀਣਗੇ। ਏਦਾਂ ਫਿਰ ਗੱਲਾਂ ਕਹਿ ਕਰਕੇ ਤੇ ਜਿਹੜੀ ਕੰਮ ਕਰ ਰਹੇ ਸਨ, ਲੱਕੜਾਂ ਕੱਟ ਰਹੇ ਸੀ, ਦੁਬਾਰਾ ਲੱਕੜਾਂ ਕੱਟਣ ਲੱਗ ਪਏ। ਹੁਣ ਪਿਆਸ ਨਾਲ ਤਾਂ ਸੰਗਤ ਜੀ ਐ ਵਿਆਕੁਲ ਹੋਏ ਪਏ ਸਨ, ਫਿਰ ਕਿਰਤ ਉਹ ਕੀਤੀ ਨਾ ਗਈ, ਲੱਕੜਾਂ ਕੱਟੀਆਂ ਨਾ ਗਈਆਂ ਤੇ ਫਿਰ ਕਹਿੰਦੇ ਪਿੱਛੇ ਨੂੰ ਮੁੜ ਆਏ, ਲੰਮੇ ਪੈ ਗਏ। ਬੜੇ ਸਮੇਂ ਤੱਕ ਕਹਿੰਦੇ ਪਿਆਸਿਆਂ ਨੇ ਲੱਕੜਾਂ ਕੱਟੀਆਂ। ਏਦਾਂ ਜਿਹੜੇ ਬੁੱਲ ਸੀ ਉਹ ਵੀ ਸੁੱਕ ਗਏ ਆ, ਜਿਹੜੀ ਜ਼ੁਬਾਨ ਸੀ ਉਹਦੇ ਵਿੱਚੋਂ ਵੀ ਕਹਿੰਦੇ ਮਾਨੋ ਜਿਵੇਂ ਥੋਕੀ ਮੁੱਕ ਗਿਆ ਹੋਵੇ।
ਤੇ ਉਹ ਜਿਹੜਾ ਜਲ ਟੰਗਿਆ ਹੋਇਆ ਕੁੰਨੇ ਵਿੱਚ ਉਹਨੂੰ ਬਹੁਤ ਠੰਡਾ ਤੇ ਬਹੁਤ ਉੱਤਮ ਜਾਣ ਕੇ ਐਤ ਕਰਾਇਓ ਸ੍ਰੀ ਗੁਰ ਪਾਨ ਹਾਂ ਕਰਾਉਣਾ ਚਾਹੁੰਦੇ ਆ ਕਿ ਗੁਰੂ ਸਾਹਿਬ ਜੀ ਹੀ ਆ ਕੇ ਪੀਣ, ਗੁਰੂ ਜੀ ਨੂੰ ਹੀ ਛਕਾਉਣਾ ਚਾਹੁੰਦੇ ਹਨ। ਵਦਨ ਮਨ ਉਮਗ ਵਡੇਰੀ ਆਖਿਨ ਕਾਲ ਦੇ ਵਿੱਚ ਹੀ ਕਹਿੰਦੇ ਮਨ ਦੇ ਵਿੱਚ ਬਹੁਤ ਸਾਰੀ ਉਮੰਗ ਉਤਸ਼ਾਹ ਲੱਗੀ ਹੋਈ ਹੈ, ਮੂੰਹ ਕਮਲਾਏ ਹੋਏ ਹਨ। ਪਿਤਾ ਪੁੱਤਰ ਵਿਆਕੁਲ ਤਿਸ ਬੇਰੀ ਉਸ ਸਮੇਂ ਪਿਤਾ ਅਤੇ ਪੁੱਤਰ ਕਹਿੰਦੇ ਬਹੁਤ ਹੀ ਮਨ ਵਿੱਚ ਵਿਆਕੁਲ ਹੋਏ। ਸ੍ਰੀ ਹਰਿ ਗੋਬਿੰਦ ਮੰਦਰ ਅੰਦਰ ਇਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਸਾਈਂ ਦਾਸ ਜੀ ਦੇ ਘਰ ਦੇ ਵਿੱਚ ਸ੍ਰੀ ਭਰਿਅੰਕ ਪੀਠ ਮ੍ਰਿਦ ਸੁੰਦਰ ਕਹਿੰਦੇ ਬੜੇ ਸੋਹਣੇ ਪਲੰਗ ਦੇ ਉੱਤੇ ਬੜੇ ਕੋਮਲ ਗਦੈਲਿਆਂ ਉੱਪਰ ਮਹਾਰਾਜ ਜੀ ਬਿਰਾਜੇ ਹੋਏ ਹਨ। ਦਾਤੀ ਜੀ ਨੇ ਸ਼ਿਰਕਾਵ ਉਸ ਸਮੇਂ ਕਹਿੰਦੇ ਕਿ ਜਿਹੜੇ ਸੀ ਭਾਈ ਸਾਈਂ ਦਾਸ ਜੀ ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਠੰਡੀ ਠੰਡੀ ਹਵਾ ਦੇਣ ਵਾਸਤੇ ਜੋ ਘਰ ਦੀਆਂ ਬਾਰੀਆਂ ਸਨ ਉਹਨਾਂ ਬਾਰੀਆਂ ਦੇ ਵਿੱਚ ਖਸਟਾਟੀ ਜੀ ਵਿਛਾਈ ਹੋਈ ਸੀ। ਜਿਵੇਂ ਅੱਜ ਕੱਲ੍ਹ ਸੰਗਤ ਜੀ ਆਪਾਂ ਕੂਲਰ 'ਚ ਪਾਣੀ ਪਾਉਂਦੇ ਤੇ ਕੂਲਰ 'ਚ ਪਾਣੀ ਪਾ ਕੇ ਪਾਸੇ ਜਿਹੜਾ ਘਾਹ ਜਿਹਾ ਲਾ ਦਿੱਤਾ ਜਾਂਦਾ ਹੈ, ਉਹ ਘਾਹ ਦੇ ਵਿੱਚ ਫਿਰ ਮੋਟਰ ਨਾਲ ਪਾਣੀ ਪੈਂਦਾ ਤੇ ਜਿਹਦੇ ਕਰਕੇ ਪੱਖੇ ਦੀ ਹਵਾ ਠੰਡੀ ਠੰਡੀ ਆਉਂਦੀ। ਇਹ ਪੁਰਾਣੇ ਸਮੇਂ ਕੀ ਕਰਦੇ ਸੀ ਕਿ ਇਦਾਂ ਕੁਝ ਦੱਬ ਜੀ ਲੈ ਕਰਕੇ ਸੁੱਕੀ ਉਹਨੂੰ ਬਾਰੀਆਂ ਦੇ ਵਿੱਚ ਲਮਕਾ ਦਿੰਦੇ ਸਨ ਤੇ ਉੱਤੇ ਪਾਣੀ ਛਿੜਕੀ ਜਾਂਦੇ ਸੀ, ਜਿਹਦੇ ਕਰਕੇ ਬਾਹਰੋਂ ਹਵਾ ਉਹਦੇ ਨਾਲ ਵੱਜ ਕੇ ਅੰਦਰ ਠੰਡੀ ਹਵਾ ਆਇਆ ਕਰਦੀ ਸੀ। ਸੋ ਇਦਾਂ ਕਹਿੰਦੇ ਭਾਈ ਸਾਈਂ ਦਾਸ ਜੀ ਨੇ ਉਹ ਖਸਟਾਟੀਆਂ ਜੀਆਂ ਲਮਕਾਈਆਂ ਨੇ, ਉਹਦੇ ਉੱਤੇ ਪਾਣੀ ਛਿੜਕਦੇ ਹਨ। ਜਲ ਸੀਜਤ ਸੀਤਲ ਮਹਿਕਾਵ ਇਦਾਂ ਕਹਿੰਦੇ ਬੜਾ ਠੰਡਾ ਜਲ ਛਿੜਕਦੇ ਐ, ਇਹਦੇ ਵਿੱਚ ਬੜੀ ਸੋਹਣੀ ਸੁਗੰਧੀ ਪਾਈ ਹੋਈ ਹੈ। ਗੁਲਾਬਨ ਕੰਦ ਉਲੀਜੇ ਗੁਲਾਬਾਂ ਦਾ ਅਰਕ ਜਿਹੜਾ ਕੰਧ ਉੱਪਰ ਛਿੜਕਿਆ ਹੋਇਆ ਹੈ। ਸੁਗੰਧਤ ਬਸਤਰਨ ਬੀਜੇ ਜਿਹੜੇ ਬਸਤਰ ਅੰਦਰ ਪਏ ਹੋਏ ਐ ਉਹਨਾਂ ਉੱਤੇ ਵੀ ਬਹੁਤ ਸੋਹਣਾ ਕਹਿੰਦੇ ਸੁਗੰਧੀ ਵਾਲਾ ਅਤਰ ਛਿੜਕਣਾ ਕੀਤਾ ਹੈ। ਰਾਮੋ ਖਰੀ ਵਿਜਨ ਕੋ ਕਰੈ ਬੀਬੀ ਰਾਮੋ ਜੀ ਖੜੇ ਐ, ਹੱਥ ਵਿੱਚ ਪੱਖਾ ਫੜਿਆ ਹੋਇਆ, ਮਹਾਰਾਜ ਜੀ ਨੂੰ ਪੱਖਾ ਚੱਲਦੇ ਹਨ। ਸਾਈਂ ਦਾਸੇ ਬਾਤ ਉਚਰੈ ਸਾਈਂ ਦਾਸ ਜੀ ਗੁਰੂ ਸਾਹਿਬ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਐ। ਹਰੀ ਪ੍ਰੇਮ ਨੇ ਖੈਂਚ ਬਡੇਰੀ ਇਧਰ ਸੰਗਤ ਜੀ 30 ਕੋਹਾਂ ਤੇ ਭਾਈ ਰੂਪ ਚੰਦ ਜੀ ਭਾਈ ਸਾਈਂ ਦਾਸ ਜੀ ਨੇ ਪ੍ਰੇਮ ਦੀ ਖਿੱਚ ਬਹੁਤੀ ਕੀਤੀ। ਸਭ ਕਿਛ ਤਿਆਗ ਦੀਨ ਤਿਸ ਬੇਰੀ ਇਹ ਜਿੰਨਾ ਕੁਝ ਵੀ ਮਹਾਰਾਜ ਜੀ ਸੁਖ ਆਰਾਮ ਦੇ ਨਾਲ ਜੇ ਠਾੜ ਦੇ ਦਿਨਾਂ 'ਚ ਬੈਠੇ ਸੀ ਸਾਈਂ ਦਾਸ ਜੀ ਦੇ ਘਰ ਵਿੱਚ, ਉਹਨਾਂ ਦਾ ਪ੍ਰੇਮ ਦੇਖ ਕੇ ਮਹਾਰਾਜ ਜੀ ਨੇ ਸਾਰਾ ਕੁਝ ਉਸੇ ਸਮੇਂ ਛੱਡ ਦਿੱਤਾ। ਐਤ ਸੀਗਰ ਹੀ ਜੀਨ ਪਵਾਇਓ ਮਹਾਰਾਜ ਜੀ ਨੇ ਬੜੀ ਛੇਤੀ ਨਾਲ ਕਹਿ ਕੇ ਤੇ ਘੋੜੇ ਤੇ ਕਾਠੀ ਪਵਾ ਲਈ। ਹੇਤ ਤਰੰਗ ਮੰਗਾਇਓ ਘੋੜੇ ਤੇ ਚੜ੍ਹਨ ਵਾਸਤੇ ਬੜੀ ਉਹ ਛੇਤੀ ਘੋੜਾ ਮੰਗਾ ਲਿਆ ਕਿ ਗੁਰਸਿੱਖੋ ਛੇਤੀ ਨਾਲ ਸਾਡਾ ਘੋੜਾ ਤਿਆਰ ਕਰਕੇ ਸਾਡੇ ਪਾਸ ਲਿਆਓ। ਕਾਤੀ ਤਬ ਅਸਵਾਰ ਬੜੀ ਕਾਲੀ ਦੇ ਨਾਲ ਸੱਚੇ ਪਾਤਸ਼ਾਹ ਜੀ ਇਕੱਲੇ ਹੀ ਉਸ ਸਮੇਂ ਅਸਵਾਰ ਹੋ ਗਏ। ਦਾਸਨ ਦੁਖ ਸਕੇ ਸਹਾਰ ਹਾਂ ਮਹਾਰਾਜ ਜੀ ਜਿਹੜੇ ਨਹਿ ਦਾਸਹਿ ਦੁੱਖ ਸਕੇ ਸਖਾਰ, ਜੋ ਆਪਣੇ ਦਾਸਾਂ ਦੇ ਦੁੱਖਾਂ ਨੂੰ ਸਹਾਰ ਹੀ ਨਹੀਂ ਸਕਦੇ। ਇਸ ਕੋਸ ਪਹੁੰਚੇ ਸਿਨ ਮਾਹੀ ਇਦਾਂ ਬੜੀ ਤੇਜ਼ੀ ਦੇ ਨਾਲ ਕਹਿੰਦੇ ਹਵਾ ਨਾਲੋਂ ਵੀ ਤੇਜ਼ੀ ਦੇ ਵਿੱਚ ਘੋੜੇ ਨੂੰ ਦੌੜਾਇਆ ਤੇ 30 ਕੋਹ ਦਾ ਰਸਤਾ ਬੜੇ ਛੇਤੀ ਸਮੇਂ 'ਚ ਪੂਰਾ ਕੀਤਾ। ਕੋਈ ਖਾਤਰ ਇਤ ਉਤ ਜਾਹੀ ਹਾਂ ਕਹਿੰਦੇ ਜਿਵੇਂ ਕੋਈ ਪਿਆਸਾ ਬੰਦਾ ਹੁੰਦਾ ਹੈ ਨਾ, ਉਹ ਜਿਵੇਂ ਪਿਆਸਾ ਇੱਧਰ ਉੱਧਰ ਜਾਂਦਾ ਹੈ ਪਾਣੀ ਦੀ ਭਾਲ ਵਿੱਚ, ਐ ਮਹਾਰਾਜ ਜੀ ਪਿਆਸੇ ਜੇ ਬਣ ਕੇ ਤੇ ਇੱਧਰ ਉੱਧਰ ਜਾਂਦੇ ਹਨ। ਜਲ ਪ੍ਰਾਪਤ ਕਹੂੰ ਨਾ ਹੋਵਾ ਜਿਵੇਂ ਕਿਸੇ ਨੂੰ ਜੰਗਲ ਦੇ ਵਿੱਚ ਇਹ ਪਾਣੀ ਕਿਤੇ ਪ੍ਰਾਪਤ ਨਾ ਹੋਇਆ ਹੋਵੇ। ਜੰਗਲ ਵਿਖੇ ਭਰਮਤ ਬਲ ਜੋਵਾ ਥਲ ਜੋਵਾ ਜੰਗਲ ਦੇ ਵਿੱਚ ਭਰਮਦਾ ਹੋਇਆ ਪਾਣੀ ਵਾਲਾ ਕਿਤੇ ਕਿਤੇ ਕੋਈ ਥਾਂ ਦੇਖਦਾ ਹੈ। ਪੂਤ ਵਿਆਕੁਲ ਸਿਤ ਪਰੇ ਉਧਰ ਪਿਤਾ ਤੇ ਪੁੱਤਰ ਜਿਹੜੇ ਸੀ ਬਾਬਾ ਸਾਧੂ ਜੀ ਤੇ ਬਾਬਾ ਰੂਪ ਚੰਦ ਜੀ, ਉਹ ਪਾਣੀ ਦੀ ਪਿਆਸ ਦੇ ਨਾਲ ਵਿਆਕੁਲ ਹੋ ਕੇ ਜ਼ਮੀਨ ਤੇ ਡਿੱਗੇ ਪਏ ਸਨ। ਬਦਨ ਉਸਤ ਜੁਗ ਜਰੇ ਹਾਂ ਕਹਿੰਦੇ ਚਿਹਰਾ ਐ ਸੁਕੜਿਆ ਹੋਇਆ ਪਾ ਮੁਰਝਾਇਆ ਪਿਆ ਸੀ, ਬੁੱਲ ਜਿਹੜੇ ਸੀ ਦੋਨੇ ਐ ਜੁੜੇ ਪਏ ਸਨ, ਸੁੱਕ ਚੁੱਕੇ ਸਨ। ਸਤਿਗੁਰ ਕੀ ਆਸਾ ਲਾਗੇ ਬਸ ਦੋਨਾਂ ਦੇ ਮਨਾਂ ਦੇ ਵਿੱਚ ਇੱਕੋ ਇੱਕ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਆਸਾ ਲੱਗੀ ਹੋਈ ਹੈ। ਆਨ ਪਿਆਵਨ ਪਰ ਅਨਰਾਗੇ ਬਸ ਇਹੀ ਮਨ ਵਿੱਚ ਇੱਛਾ ਹੈ ਕਿ ਆ ਜਿਹੜਾ ਘੜੇ ਦਾ ਪਾਣੀ ਹੈ ਇਹ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਿਲਾਉਣਾ ਹੈ। ਇਹ ਹੀ ਪ੍ਰੇਮ ਕਰ ਰਹੇ ਹਨ। ਅਰਪ ਦੀਨ ਜਲ ਸੀਤਲ
ਇਦਾਂ ਕਹਿੰਦੇ ਕਿ ਪਹਿਲਾਂ ਹੀ ਗੁਰੂ ਸਾਹਿਬ ਜੀ ਨੂੰ ਇਹ ਠੰਡਾ ਜਲ ਉਹਨਾਂ ਨੇ ਅਰਪ ਦਿੱਤਾ। ਗੁਰ ਬੇਨਾ ਹਟ ਕਰ ਹੀਤਲ। ਆ ਕਹਿੰਦੇ ਗੁਰੂ ਤੋਂ ਬਿਨਾ ਅਸੀਂ ਪੈਣ ਪੀਣਾ ਨਹੀਂ ਹੈ। ਇਹ ਆਪਣੇ ਹਿਰਦੇ ਵਿੱਚ ਇਹਨਾਂ ਨੇ ਹਠ ਕਰ ਲਿਆ, ਜਿੱਦ ਕਰ ਲਈ। ਪ੍ਰਾਣ ਅੰਤ ਲੋ ਪ੍ਰੇਮ ਨਿਭਾਹਾ। ਇਦਾਂ ਕਹਿੰਦੇ ਭਾਈ ਕਵੀ ਜੀ ਕਿ ਉਹਨਾਂ ਦੋਨੇ ਪਿਓ ਪੁੱਤਾਂ ਨੇ ਆਪਣੇ ਪ੍ਰਾਣਾਂ ਦੇ ਅੰਤ ਤੱਕ ਪ੍ਰੇਮ ਨਿਭਾ ਲਿਆ ਗੁਰੂ ਸਾਹਿਬ ਦੇ ਨਾਲ, ਕਿ ਚਾਹੇ ਪ੍ਰਾਣ ਸਾਡੇ ਨਾਸ ਹੋ ਜਾਣ ਪਰ ਇਹ ਜਲ ਜਿਹੜਾ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛਕਾਉਣਾ ਹੈ। ਗੁਰ ਨਹਿ ਆਵਹਿ ਤਿਨ ਪਾਹਾ। ਹੁਣ ਕਵੀ ਜੀ ਸੁਣਾ ਰਹੇ ਆ ਇਹ ਸਾਖੀ ਕੈਂਥਲ ਦੇ ਵਿੱਚ, ਤੇ ਸਰੋਤਾ ਜਨਾਂ ਨੂੰ ਕਹਿੰਦੇ ਕਿ ਸਰੋਤਾ ਜਣੋ, ਕਥਾ ਸੁਣਨ ਵਾਲਿਓ, ਦੱਸੋ ਸਾਨੂੰ ਕਿ ਉਸ ਸਮੇਂ ਗੁਰੂ ਸਾਹਿਬ ਜੀ ਕਿਉਂ ਨਾ ਆਉਣ। ਇੱਕ ਦੂਰ ਤੇ ਦੋਏ ਨ ਦਸਾ। ਹਾਂ, ਜਦੋਂ ਜਿਨਨੇ ਆਪਣਾ ਆਪ ਗੁਰੂ ਨੂੰ ਸਮਰਪਣ ਕਰ ਦਿੱਤਾ ਹੋਵੇ ਤੇ ਫਿਰ ਗੁਰੂ ਕਿਉਂ ਨਾ ਉਹਦੀ ਰੱਖਿਆ ਵਾਸਤੇ ਆਵੇ। ਇਦਾਂ ਕਹਿੰਦੇ ਸੱਚੇ ਪਾਤਸ਼ਾਹ ਜੀ ਦੂਰ ਤੋਂ ਦੇਖ ਰਹੇ ਹਨ ਸਤਿਗੁਰ ਬਾਗ ਪ੍ਰਕਾਸ਼ਾ। ਤੇ ਉੱਚੀ ਸਾਰੀ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਵਾਜ਼ ਮਾਰੀ। ਤੁਮ ਪਰੇ ਬਤਾਵੋ ਹਮੈ। ਮਹਾਰਾਜ ਜੀ ਕਹਿੰਦੇ ਓ ਕੌਣ ਹੋ ਤੁਸੀਂ, ਇੱਥੇ ਲੰਮੇ ਪਏ ਹੋਏ ਹੋ, ਦੱਸੋ ਸਾਨੂੰ। ਖਾਦ ਦੇਤੇ ਹੋ ਸਮੈ। ਹਾਂ, ਮੈਨੂੰ ਕਹਿੰਦੇ ਇਸ ਸਮੇਂ ਭਾਈ ਬਹੁਤ ਜ਼ਿਆਦੀ ਪਿਆਸ ਲੱਗੀ ਹੋਈ ਹੈ। ਜੰਗਲ ਮਹਿ ਨਾਹਿ ਨ ਪਾਵੈ। ਮੈਂ ਬਹੁਤ ਜੰਗਲ ਵਿੱਚ ਇੱਧਰ ਉੱਧਰ ਜਾ ਕੇ ਦੇਖਿਆ ਪਰ ਮੈਂ ਕਿਤੋਂ ਪਾਣੀ ਨਹੀਂ ਪਾਇਆ। ਫਿਰੈ ਹਾਥ ਮਹਿ ਆਵੈ। ਬੜਾ ਮੈਂ ਪਾਣੀ ਲੱਭਿਆ ਪਰ ਮੇਰੇ ਪਾਣੀ ਕਿਤੇ ਹੱਥ 'ਚ ਨਹੀਂ ਆਇਆ। ਹਾਲ ਕੋ ਆਂਖ ਉਗਾਰੀ। ਇਹ ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਉੱਚੀ ਆਵਾਜ਼ ਮਾਰੀ, ਇਦਾਂ ਤਾਂ ਸੁਣ ਕੇ ਉਹ ਦੋਨੇ ਪਿਓ ਪੁੱਤਾਂ ਨੇ ਅੱਖਾਂ ਖੋਲੀਆਂ। ਸਾਧੂ ਵਿਆਕੁਲ ਦਿਖ ਭਾਰੀ। ਉਸ ਸਮੇਂ ਭਾਈ ਸਾਧੂ ਜੀ ਉੱਠੇ ਐ ਜਿਹੜੇ ਪਿਆਸ ਦੇ ਨਾਲ ਬਹੁਤ ਵਿਆਕੁਲ ਹੋਏ ਪਏ ਹਨ। ਪੁਕਾਰਤ ਜੰਗਲ ਮਾਹੀ। ਉਹਨਾਂ ਨੇ ਉੱਠ ਕੇ ਵੇਖਿਆ ਕਿ ਕੌਣ ਹੈ ਭਾਈ, ਆ ਜੰਗਲ ਵਿੱਚ ਜਿਹੜਾ ਬੜਾ ਪਾਣੀ ਪਾਣੀ ਪੁਕਾਰ ਰਿਹਾ ਹੈ। ਦੁਪਹਿਰੇ ਚਿਰ ਕਿਉਂ ਨਾਹੀ। ਹਾਂ, ਜੇ ਤੈਨੂੰ ਪਤਾ ਹੈ ਕਿ ਭਾਈ ਦੁਪਹਿਰਾ ਹੈ ਜੇਠ ਮਹੀਨੇ ਦਾ, ਤੇ ਕਿਉਂ ਤੂੰ ਇੱਧਰ ਆਇਆ, ਕਿਉਂ ਨਹੀਂ ਤੂੰ ਦੁਪਹਿਰਾ ਦੇਖਿਆ। ਰੰਗ ਪਰ ਆਵਤ ਹੀਰੇ। ਹਾਂ, ਹੌਲੀ ਜੀ ਥੋੜਾ ਜਿਹਾ ਖੜੇ ਜੇ ਹੋ ਕੇ ਜਦੋਂ ਦੇਖਿਆ ਘੋੜੇ ਤੇ ਚੜ੍ਹ ਕੇ ਕੋਈ ਆ ਰਿਹਾ ਹੈ। ਹਰਿ ਗੋਬਿੰਦ ਹੈ ਇਸ ਬੇਰੇ। ਮਨ ਵਿੱਚ ਸੋਚਿਆ ਕਿ ਇਸ ਸਮੇਂ ਫਿਰ ਹੋਰ ਕੌਣ ਹੋ ਸਕਦਾ ਹੈ ਭਾਈ, ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਹੀ ਹੋਣਗੇ। ਬਹੁਤ ਅਬਤ ਗਇਓ ਸੁਖ ਨੀਰ। ਆ ਕਹਿੰਦੇ ਜਿਵੇਂ ਮਾਨੋ ਬਹੁਤੀ ਗਰਮੀ ਦੇ ਨਾਲ ਕਿਸੇ ਛੋਟੇ ਜਿਹੇ ਤਲਾਅ ਦਾ ਪਾਣੀ ਸੁੱਕ ਗਿਆ ਹੋਵੇ ਤਾਲ ਦੁਗ ਮੀਨ ਸਰੀਰ। ਤੇ ਉਹ ਪਾਣੀ ਥੋੜਾ ਹੋਵੇ ਤੇ ਉਹਦੇ ਵਿੱਚ ਦੋ ਜਿਵੇਂ ਮੱਛ ਹੋਣ, ਉਹਨਾਂ ਦੇ ਜਿਵੇਂ ਸਰੀਰ ਹੋਣ। ਇੱਕ ਪਰਮੇਸ਼ਰ ਆਸ। ਜਿਵੇਂ ਕਹਿੰਦੇ ਕਿ ਕੋਈ ਛੋਟਾ ਤਲਾਅ ਹੋਵੇ, ਉਹਦਾ ਗਰਮੀ ਨਾਲ ਪਾਣੀ ਸੁੱਕ ਜਾਵੇ, ਉਹਦੇ ਵਿੱਚ ਦੋ ਮੱਛੀਆਂ ਹੋਣ, ਤੇ ਜਿਵੇਂ ਉਹ ਕਹਿੰਦੇ ਥੋੜੇ ਪਾਣੀ ਸੁੱਕਣ ਦੇ ਨਾਲ ਫਿਰ ਤੜਫਦੀਆਂ ਨੇ, ਤੇ ਉਸ ਸਮੇਂ ਇੱਕ ਵਾਹਿਗੁਰੂ ਦੀ ਆਸਾ ਹੁੰਦੀ ਕਿ ਰੱਬਾ ਹੁਣ ਤੂੰ ਮੀਂਹ ਪਾ ਦੇ। ਹੋਏ ਜਲ ਧਰ ਗੁਰ ਪਹੁੰਚੇ ਪਾਰ। ਕਹਿੰਦੇ ਇਸੇ ਤਰ੍ਹਾਂ ਮੰਨੋ ਕਿ ਇਹ ਦੋਨੇ ਪਿਓ ਪੁੱਤ ਦੋ ਮੱਛਾਂ ਦੀ ਨਿਆਈ ਹੈ ਜੋ ਪਾਣੀ ਦੇ ਨਾਲ ਪਿਆਸੇ ਹੋਏ ਪਏ ਨੇ, ਤੇ ਮਨ ਦੇ ਵਿੱਚ ਇਹੀ ਇੱਛਾ ਕਿ ਹੁਣ ਗੁਰੂ ਰੂਪੀ ਬੱਦਲ ਆਵੇ। ਕਹਿੰਦੇ ਇਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਬੱਦਲ ਰੂਪ ਹੋ ਕਰਕੇ ਉਹਨਾਂ ਦੇ ਪਾਸ ਪਹੁੰਚ ਗਏ। ਕਮਲ ਜੁਗ ਘਾਮਤ ਪਾਏ। ਕਵੀ ਜੀ ਕਹਿੰਦੇ ਜਾਂ ਇਦਾਂ ਜਾਣੋ ਕਿ ਜਿਵੇਂ ਦੋ ਕਮਲ ਦੇ ਫੁੱਲ ਹੋਣ ਤੇ ਤਪਸ਼ ਨੇ, ਸੂਰਜ ਦੀ ਤਪਸ਼ ਨੇ ਬਹੁਤ ਜ਼ਿਆਦਾ ਤਪਾਏ ਹੋਣ, ਤੇ ਜਿਹੜੇ ਤਲਾਅ ਦੇ ਵਿੱਚ ਕਮਲ ਦੇ ਫੁੱਲ ਖਿੜੇ ਐ ਉਹ ਤਲਾਅ ਦਾ ਪਾਣੀ ਸੁੱਕ ਜਾਵੇ, ਤੇ ਪਾਣੀ ਸੁੱਕਣ ਨਾਲ ਜਿਵੇਂ ਕਮਲ ਦੇ ਫੁੱਲ ਮੁਰਝਾ ਜਾਂਦੇ ਹਨ। ਇਸੇ ਤਰ੍ਹਾਂ ਹੀ ਕਹਿੰਦੇ ਇਹਨਾਂ ਦੋਨੇ ਗੁਰਸਿੱਖਾਂ ਦੇ ਪਾਣੀ ਤੋਂ ਬਿਨਾਂ, ਗੁਰੂ ਕੇ ਦਰਸ਼ਨਾਂ ਤੋਂ ਬਿਨਾਂ ਚਿਹਰੇ ਮੁਰਝਾਏ ਪਏ ਨੇ, ਤੇ ਨਦੀ ਰੂਪ ਬਣ ਕੇ ਫਿਰ ਗੁਰੂ ਸਾਹਿਬ ਜੀ ਆ ਪਹੁੰਚੇ। ਇਦਾਂ ਕਹਿੰਦੇ ਬਿਨ ਜਲ ਪਾਣ, ਪਾਣੀ ਤੋਂ ਪੀਤੇ ਬਿਨਾਂ ਹੀ ਬੜੇ ਖੁਸ਼ ਹੋ ਕੇ ਦੋਨੇ ਉੱਠ ਪਏ। ਭਾਈ ਸਾਧੂ ਜੀ ਨੇ ਆਪਣੇ ਪੁੱਤਰ ਭਾਈ ਰੂਪੇ ਦੇ ਤਾਈਂ ਕਿਹਾ, ਉਹ ਕਹਿੰਦੇ ਪੁੱਤਰਾ ਉੱਠ, ਮੈਂ ਗੁਰੂ ਨੂੰ ਆਉਂਦਿਆਂ ਹੋਇਆਂ ਦੇਖਿਆ ਹੈ। ਆ ਕਹਿੰਦੇ ਪਿਆਸ ਦੇ ਨਾਲ ਦੁਖੀ ਹੋਏ ਪਏ ਸਨ ਤੇ ਪਾਣੀ ਪਾਣੀ ਮੰਗ ਰਹੇ ਐ। ਇਹ ਪੁੱਤਰ ਆਪਾਂ ਵੀ ਹੌਸਲਾ ਜਿਹਾ ਰੱਖ ਕੇ ਗੁਰੂ ਸਾਹਿਬ ਜੀ ਨੂੰ ਜਲ ਛਕਾਈਏ। ਕਹਿੰਦੇ ਉਹਨਾਂ ਦਾ ਪੁੱਤਰ ਜਿਹੜਾ ਮਰੇ ਦੇ ਸਮਾਨ ਹੋਇਆ ਸੀ, ਮੁਰਝਾਇਆ ਪਿਆ ਸੀ, ਤੇ ਜਦੋਂ ਗੁਰੂ ਜੀ ਦਾ ਆਉਣਾ ਸੁਣਿਆ ਤਾਂ ਐ ਉੱਠਿਆ ਮਾਨੋ ਜਿਵੇਂ ਕਿਸੇ ਨੇ ਅੰਮ੍ਰਿਤ ਹੀ ਪਿਲਾਤਾ ਹੋਵੇ। ਦੋਨੇ ਪਿਓ ਪੁੱਤ ਖੜੇ ਹੋ ਗਏ ਐ, ਦੂਰੋਂ ਹੀ ਹੱਥ ਜੋੜ ਲਏ।
ਤੋਰੇ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਉਹਨਾਂ ਗੁਰਸਿੱਖਾਂ ਨੂੰ ਦੇਖ ਕੇ ਮੁਸਕਰਾਏ ਐ, ਘੋੜੇ ਨੂੰ ਪ੍ਰੇਰਿਆ ਤੇ ਉਹਨਾਂ ਵੱਲ ਨੂੰ ਚੱਲ ਪਏ। ਬਾਰ ਬਾਰ ਬਚ ਬਦਨ ਬਖਾਨੇ। ਵਾਰ-ਵਾਰ ਸੱਚੇ ਪਾਤਸ਼ਾਹ ਜੀ ਆਪਣੇ ਮੁਖੋਂ ਇਹੀ ਬਚਨ ਕਹੀ ਜਾਂਦੇ ਐ ਮਨ ਕੋ ਲਾਗੀ ਤ੍ਰਿਖਾ ਮਹਾਨੇ। ਕਿ ਭਾਈ ਸਾਨੂੰ ਬਹੁਤ ਪਿਆਸ ਲੱਗੀ ਹੋਈ ਹੈ, ਖੁਦ ਰਹੇ ਦਲ ਕਤਹੁ ਨਾ ਪਾਇਓ। ਬਹੁਤ ਅਸੀਂ ਪਾਣੀ ਲੱਭਿਆ ਪਰ ਪਾਣੀ ਕਿਤੋਂ ਨਹੀਂ ਪਾਇਆ। ਇੱਕ ਬਹਿਰੇ ਬਹੁਤ ਬਤਾਇਓ। ਆ ਜੇਠ ਦੀ ਗਰਮੀ ਦੀ ਦੁਪਹਿਰ ਨੇ ਸਾਨੂੰ ਤਾਂ ਬਹੁਤ ਹੀ ਜ਼ਿਆਦਾ ਦੁਖੀ ਕੀਤਾ ਹੈ। ਸਮੀਪ ਦਾਉਨ ਪਗ ਪਰੇ। ਇਹਦਾ ਗੁਰੂ ਜੀ ਦੇ ਬਚਨ ਸੁਣੇ ਐ, ਗੁਰੂ ਜੀ ਮੁਸਕਰਾ ਕੇ ਇਹਦਾ ਬਚਨ ਕਹਿ ਰਹੇ ਨੇ। ਇਹ ਦੋਨੇ ਪਿਓ ਪੁੱਤ ਨੇੜੇ ਗਏ ਤੇ ਦੋਨੇ ਮਹਾਰਾਜ ਜੀ ਦੇ ਪੈਰੀਂ ਪੈ ਗਏ। ਜੀ ਜਲ ਸੋ ਤਿਆਰ ਹਮ ਕਰੇ। ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਪਾਣੀ ਮੰਗ ਰਹੇ, ਦੇਖੋ ਤੁਹਾਡੇ ਵਾਸਤੇ ਅਸੀਂ ਪਾਣੀ ਤਿਆਰ ਕੀਤਾ ਹੋਇਆ ਹੈ। ਉਹਨਾਂ ਜੰਡ ਬ੍ਰਿਸ਼ ਲਟਕਾਇਓ। ਮਹਾਰਾਜ ਅਸੀਂ ਆ ਪਾਣੀ ਦਾ ਕੂਨਾ ਜੰਡ ਦੇ ਰੁੱਖ ਦੇ ਨਾਲ ਬੰਨਿਆ ਹੋਇਆ ਲਟਕਾਇਆ ਹੋਇਆ ਹੈ। ਰੰਗ ਦੋਵਾਂ ਅਤਿ ਹੀ ਸਿਤ ਲਾਇਓ। ਤੇ ਸੱਚੇ ਪਾਤਸ਼ਾਹ ਜੀ ਇਹ ਛਾਵੇਂ ਆ ਗਰਮ ਗਰਮ ਲੋਆਂ ਜੀਆਂ ਲੱਗ ਲੱਗ ਕੇ ਇਹਦੇ ਵਿੱਚ ਪਾਣੀ ਬਹੁਤ ਹੀ ਠੰਡਾ ਹੋ ਗਿਆ। ਆਪ ਕੇ ਪਾਣੀ ਜਾਨਾ। ਇਹ ਠੰਡਾ ਜਾਣ ਕੇ ਸੱਚੇ ਪਾਤਸ਼ਾਹ ਜੀ ਅਸੀਂ ਦੋਨਾਂ ਪਿਓ ਪੁੱਤਾਂ ਇਹੀ ਜਾਣ ਗਏ, ਇਹ ਤਾਂ ਬੜਾ ਠੰਡਾ ਪਾਣੀ, ਬੜਾ ਸੋਹਣਾ ਪਾਣੀ ਹੈ, ਇਹ ਪਾਣੀ ਤੁਹਾਡੇ ਹੀ ਪੀਣ ਯੋਗ ਹੈ। ਖਾਤਰ ਕਰਿਓ ਨਾ ਪਾਨਾ। ਆ ਸਾਨੂੰ ਬਹੁਤ ਪਿਆਸ ਲੱਗੀ ਹੋਈ ਸੱਚੇ ਪਾਤਸ਼ਾਹ, ਪਿਆਸ ਨਾਲ ਚਾਹੇ ਬਹੁਤ ਦੁਖੀ ਹੋਏ ਆ ਪਰ ਅਸੀਂ ਨਹੀਂ ਪੀਣਾ ਕੀਤਾ। ਕਾਬ ਸਤਿਗੁਰੂ ਉਤਾਰੇ। ਇਹ ਤਾਂ ਭਾਈ ਸਾਧੂ ਜੀ ਨੇ ਮਹਾਰਾਜ ਦੀ ਰਕਾਬ ਪਕੜੀ ਹੈ ਤੇ ਗੁਰੂ ਸਾਹਿਬ ਜੀ ਨੂੰ ਹੇਠਾਂ ਉਤਾਰਿਆ। ਬਸਨ ਪ੍ਰਿਥੀ ਪਰ ਡਾਰੇ। ਤੇ ਜਿਹੜਾ ਭਾਈ ਸਾਧੂ ਜੀ ਦੇ ਸਰੀਰ ਦਾ ਕੋ ਬਸਤਰ ਸੀ ਉਹ ਲਾ ਕੇ ਦਵਾ ਦਵ ਉਹਨਾਂ ਧਰਤੀ ਤੇ ਵਿਛਾਇਆ। ਹੱਥ ਜੋੜ ਉੱਪਰ ਬੈਠਾਏ। ਹੱਥ ਜੋੜ ਕੇ ਮਹਾਰਾਜ ਜੀ ਨੂੰ ਉਸ ਬਸਤਰ ਦੇ ਉੱਤੇ ਹੀ ਬਿਠਾਇਆ। ਕਾ ਡੋਨਾ ਕਰ ਲਿਆਏ। ਉਸ ਸਮੇਂ ਕੁਝ ਪੱਤੇ ਜੇ ਸੀ ਉਹਨਾਂ ਦਾ ਡੂਨਾ ਜਿਹਾ ਬਣਾ ਲਿਆਂਦਾ। ਰੂਪੇ ਜਲ ਤਰੇ ਉਤਾਰਾ। ਤਦੋਂ ਭਾਈ ਰੂਪਾ ਜੀ ਨੇ ਉਹ ਜਿਹੜਾ ਪਾਣੀ ਲਟਕਾਇਆ ਸੀ ਜੰਡ ਦੇ ਨਾਲ ਉਹਨੂੰ ਹੇਠਾਂ ਲਾਇਆ। ਡੋਨਾ ਸਾਧੂ ਕਰ ਧਾਰਾ। ਉਸ ਸਮੇਂ ਕਹਿੰਦੇ ਬਾਬਾ ਸਾਧੂ ਜੀ ਨੇ ਹੱਥ ਵਿੱਚ ਉਹ ਡੂਨਾ ਪਕੜਿਆ ਹਰਿ ਗੋਬਿੰਦ ਗੋਪ ਕਰਾਇਓ। ਤੇ ਪਾਣੀ ਪਾ ਕੇ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫੜਾਇਆ। ਪਾਨ ਪੁਨ ਬਾਗ ਅਲਾਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹ ਪਾਣੀ ਛਕਿਆ ਹੈ ਤੇ ਪਾਣੀ ਛਕ ਕਰਕੇ ਇਦਾਂ ਬਚਨ ਕੀਤਾ। ਜਲ ਐਸੋ ਕਬ ਪੀਓ ਨਾ ਆਗੇ। ਮਹਾਰਾਜ ਜੀ ਕਹਿੰਦੇ ਉਹ ਗੁਰਸਿੱਖੋ ਅੱਗੇ ਅਸੀਂ ਕਦੀ ਵੀ ਇਹੋ ਜਿਹਾ ਪਾਣੀ ਨਹੀਂ ਪੀਤਾ। ਮਨ ਦੀਨਸ ਕਰ ਅਨੁਰਾਗੇ। ਕਿਉਂਕਿ ਇੰਨਾ ਪ੍ਰੇਮ ਕਰਕੇ ਸਾਨੂੰ ਕਦੀ ਕਿਸੇ ਨੇ ਪਾਣੀ ਪਿਲਾਇਆ ਹੀ ਨਹੀਂ। ਤ੍ਰਿਖਾ ਕਰ ਪਾਨ ਮਿਟਾਈ। ਸੋ ਅਸੀਂ ਤਾਂ ਬਹੁਤ ਕਹਿੰਦੇ ਪਿਆਸ ਦੇ ਨਾਲ ਭਰੇ ਹੋਏ ਸਾਂ, ਤੁਸਾਂ ਨੇ ਇਹ ਪਾਣੀ ਪਿਲਾ ਕਰਕੇ ਸਾਡੀ ਪਿਆਸ ਮੇਟ ਦਿੱਤੀ। ਤੁਮ ਪੀਓ ਜਿਉ ਸੁਖਦਾਈ। ਆ ਹੁਣ ਪਾਣੀ ਤੁਸੀਂ ਪੀਵੋ ਤੇ ਸੁਖਦਾਈ ਜਲ ਹੈ, ਪੀ ਕੇ ਤੁਸੀਂ ਵੀ ਸੁਖੀ ਹੋਵੋ, ਜੀਣਾ ਕਰੋ। ਹਰ ਸੋਰੇ ਮਹਿਤਰ ਰਾਖਾ। ਇਹ ਗੁਰਸਿੱਖੋ ਇਹ ਤਾਂ ਪਾਣੀ ਹੈ ਠੰਡਾ ਹੈ, ਜਿਵੇਂ ਬਰਫ਼ ਦੇ ਵਿੱਚ ਜਾਂ ਸ਼ੋਰੇ ਦੇ ਵਿੱਚ ਰੱਖਿਆ ਹੋਵੇ। ਅਤ ਸੀਤਲ ਕਰਬੇ ਅਬ ਲਾਖਾ। ਹਾਂ ਕਹਿੰਦੇ ਇਹ ਤਾਂ ਬਹੁਤ ਹੀ ਠੰਡੇ ਕਰਨ ਦੀ ਤੁਹਾਡੀ ਮਨ ਦੀ ਇੱਛਾ ਹੋਈ ਪਈ ਸੀ। ਇਸ ਜਲ ਸਮ ਹਮ ਕਬਹੁ ਨ ਪੀਓ। ਇਹਦੇ ਵਰਗਾ ਠੰਡਾ ਪਾਣੀ ਅੱਗੇ ਅਸੀਂ ਕਦੀ ਨਹੀਂ ਪੀਤਾ। ਬਾਲ ਸਰਾਹਿਨ ਕੀਓ। ਇਦਾਂ ਵਾਰ ਸੱਚੇ ਪਾਤਸ਼ਾਹ ਜੀ ਨੇ ਦੋਨਾਂ ਪਿਓ ਪੁੱਤਾਂ ਨੂੰ ਬਹੁਤ ਸਲਾਹੁਣਾ ਕੀਤਾ। ਪੁੱਤਰ ਗੁਰ ਆਇਸ ਪਾਈ। ਉਹ ਪਿਤਾ ਅਤੇ ਪੁੱਤਰ ਦੋਨਾਂ ਨੇ ਗੁਰੂ ਜੀ ਦੀ ਆਗਿਆ ਪਾ ਕੇ ਪਾਨ ਜਲ ਤ੍ਰਿਖਾ ਮਿਟਾਈ। ਫੇਰ ਸੰਗਤ ਜੀ ਗੁਰੂ ਜੀ ਨੂੰ ਜਲ ਛਕਾ ਕੇ ਤੇ ਮੁੜ ਆਪ ਪਾਣੀ ਪੀਤਾ ਹੈ ਤੇ ਆਪਣੀ ਪਿਆਸ ਮਿਟਾਈ। ਹਰਕਤ ਪਾਉਣ ਕਰਨ ਪੁਨ ਲਾਗੇ। ਖੁਸ਼ ਹੋਏ ਦੋਨੇ ਪਿਓ ਪੁੱਤ ਤੇ ਮਹਾਰਾਜ ਜੀ ਨੂੰ ਫਿਰ ਪੱਖਾ ਜਿਹਾ ਚੱਲਣ ਲੱਗੇ। ਪੂਰਬ ਜਨਮ ਪੁੰਨ ਜਿਨ ਜਾਗੇ। ਕਵੀ ਜੀ ਇਤਿਹਾਸ ਦੀ ਸਮਾਪਤੀ ਕਰਦਿਆਂ ਕਹਿੰਦੇ ਗੁਰਸਿੱਖੋ ਜਿਨ੍ਹਾਂ ਪਿਓ ਪੁੱਤਾਂ ਦੇ ਮਾਨੋ ਪੂਰਬਲੇ ਬਹੁਤ ਵੱਡੇ ਪੁੰਨ ਹੀ ਜਾਗ ਪਏ ਐ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੰਨੀ ਦੂਰੋਂ ਖਿੱਚ ਕੇ ਲੈ ਆਏ ਆ ਬਰਾਜਿਆਂ ਹੋਇਆਂ ਨੂੰ ਪ੍ਰੇਮ ਦੇ ਨਾਲ। ਇੱਦਾਂ ਸੰਗਤ ਜੀ ਇੱਥੇ ਪ੍ਰਸੰਗ ਦੀ ਸਮਾਪਤੀ ਕੀਤੀ ਹੈ। ਅੱਗੇ ਵੀ ਅਜੇ ਭਾਈ ਰੂਪੇ ਜੀ ਅਤੇ ਭਾਈ ਸਾਧੂ ਜੀ ਦਾ ਹੀ ਪ੍ਰਸੰਗ ਚੱਲਣਾ ਹੈ, ਉਹ ਨਵਾਂ ਪ੍ਰਸੰਗ ਆਰੰਭ ਹੋਵੇਗਾ। ਹੁਣ ਕੱਲ੍ਹ ਨੂੰ ਜਿਵੇਂ ਸਮਾਂ ਬਣੇਗਾ ਆਪਾਂ ਸਰਵਣ ਕਰਾਂਗੇ। ਅੱਜ ਦੀ ਕਥਾ ਦੀ ਸੰਗਤ ਜੀ ਹੁਣ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਪਿਤਾ ਪੁੱਤਰ ਗੁਰ ਆਇਸ ਪਾਈ। ਕਰਿਓ ਪਾਨ ਜਲ ਤ੍ਰਿਖਾ ਮਿਟਾਈ। ਹਰਕਤ ਪਾਵਨ ਕਰਨ ਪੁਨ ਲਾਗੇ। ਪੂਰਬ ਜਨਮ ਪੁਨ ਜਿਨ ਜਾਗੇ। ਵਾਹਿਗੁਰੂ ਜੀ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਬਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ